ਜਥੇਬੰਦੀਆਂ ਨੇ ਟ੍ਰੇਨਾਂ ਦਾ ਕੀਤਾ ਚੱਕਾ ਜਾਮ, ਯਾਤਰੀਆਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ। ਬੇਅਦਬੀ ਦੇ ਗੋਲੀकांड ਨੂੰ ਲੈ ਕੇ ਫੇਰ ਤੋਂ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਦੇ ਵਿੱਚ ਸਿੱਖ ਜਥੇਬੰਦੀਆਂ। ਬਾਈਬਲ ਕਲਾ ਦੇ ਵਿੱਚ ਸੱਦਿਆ ਵੱਡਾ ਇਕੱਠ, ਕਰ ਸਕਦੇ ਨੇ ਕੋਈ ਵੱਡਾ ਐਲਾਨ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਗ੍ਰਿਫਤਾਰੀ ਦੇ ਲਈ ਕੋਸ਼ਿਸ਼ਾਂ ਤੇਜ਼। ਸੂਤਰਾਂ ਦੇ ਮੁਤਾਬਿਕ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਾ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ। ਮੂਸੇਵਾੜਾ ਕਤਲकांड ਦੇ ਵਿੱਚ ਸ਼ਾਮਿਲ ਨੇ ਦੋਵੇਂ ਗੈਂਗਸਟਰ। ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਦੋ ਗੈਂਗਸਟਰ ਗਰੁੱਪਾਂ ਦੇ ਵਿਚਾਲੇ ਝੜਪ। ਗੈਂਗਸਟਰ ਸਾਰਥ ਸੰਧੂ ਤੇ ਸਾਗਰ ਦੇ ਨਾਲ ਕੁੱਟਮਾਰ। ਗੈਂਗਸਟਰ ਜੋਗਿੰਦਰ ਤੇ ਪਲਵਿੰਦਰ ਦੇ ਖਿਲਾਫ ਮਾਮਲਾ ਦਰਜ। ਸੁਨਾਮ ਪਹੁੰਚੇ ਸੀਐਮ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ। ਬੋਲੇ ਸੁਨਾਮ ਇਨਕਲਾਬੀ ਲੋਕਾਂ ਤੇ ਸ਼ਾਇਰਾਂ ਦੀ ਧਰਤੀ। न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान। मलेरकोटला दे विच आम आदमी पार्टी के कौंसलर का कतल कर दिता गया। जिम विच वड़ के गोलियां मारियां गईयां ते एमसी अकबर भोली का गोलियां मार के कतल कर दिता गया। इस पूरी वारदात की सीसीटीवी तस्वीरां सामने आईयां ने। दो बदमाशां ने वारदात को अंजाम दिता है। वार्ड नंबर 18 के एमसी सन अकबर भोली ते 3 साल पहला एमसी भोली के वड्डे भरा का भी गोलियां मार के कतल होया सी। आम आदमी पार्टी के कौंसलर सन ਭੋਲੀ ਤੇ ਉਹਨਾਂ ਦਾ ਕਤਲ ਕੀਤਾ ਗਿਆ। ਜਿਮ ਵਿੱਚ ਵੜ ਕੇ ਦੋ ਬਦਮਾਸ਼ਾਂ ਨੇ ਗੋਲੀਆਂ ਵਰਾਈਆਂ ਔਰ ਸੀਸੀਟੀਵੀ ਫੁਟੇਜ ਨਿਊਜ਼ 18 ਤੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ, ਭੋਲੀ ਜਾ ਰਹੇ ਸੀਗੇ ਔਰ ਉਹਨਾਂ ਤੇ ਹਮਲਾ ਹੁੰਦਾ। ਬਹੁਤ ਨੇੜੇ ਜਾ ਕੇ ਜਿਹੜਾ ਹੈਗਾ ਬਦਮਾਸ਼ ਉਹਨਾਂ ਤੇ ਹਮਲਾ ਕਰਦੇ ਨੇ, ਗੋਲੀਆਂ ਮਾਰਦੇ ਨੇ ਔਰ ਫਰਾਰ ਹੋ ਜਾਂਦੇ ਨੇ। ਤਸਵੀਰਾਂ ਵਿੱਚ ਨਜ਼ਰ ਆ ਰਹੇ ਨੇ ਭੋਲੀ ਦੇ ਨੇੜੇ ਦੋ ਬਦਮਾਸ਼ ਆਉਂਦੇ ਨੇ, ਕਿਸ ਤਰੀਕੇ ਹਥਿਆਰ ਕੱਢਦੇ ਨੇ ਬਿਲਕੁਲ ਨੇੜੇ ਆ ਕੇ। ਉਸ ਤੋਂ ਬਾਅਦ ਅਟੈਕ ਕਰਦੇ ਨੇ ਭੋਲੀ ਦੇ ਉੱਤੇ, ਹਮਲਾ ਕਰਦੇ ਨੇ, ਉਸ ਤੋਂ ਫਰਾਰ ਹੋ ਜਾਂਦੇ ਨੇ। ਇੱਕ ਬਦਮਾਸ਼ ਗੋਲੀ ਮਾਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਜਿਹੜਾ ਭੋਲੀ ਦੇ ਖੱਬੇ ਹੱਥ ਖੜਾ ਹੈ ਉਹ ਆ ਕੇ ਰੁਕਦਾ ਹੈ, ਪਿਸਟਲ ਕੱਢਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਸਾਡੇ ਸਹਿਯੋਗੀ ਰਾਜੀਵ ਕੁਮਾਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਰਾਜੀਵ, ਕੀ ਕੁਝ ਜਾਣਕਾਰੀ ਮਿਲ ਪਾ ਰਹੀ ਹੈ ਹੁਣ ਤੱਕ? ਗਗਨ, ਅਸੀਂ ਇਸ ਵਕਤ ਉਹਨਾਂ ਦੇ ਕ੍ਰਾਈਮ ਸਪੌਟ ਤੇ ਅਸੀਂ ਜਾ ਕੇ ਆਏ ਹਾਂ। ਕ੍ਰਾਈਮ ਸੀਨ ਚੈੱਕ ਕੀਤਾ ਅਸੀਂ। ਇਹ ਜਿਹੜਾ ਸਾਰਾ ਵਾਕਿਆ ਹੋਇਆ, ਇਹ ਸਾਰੀ ਜਿਹੜੀ ਮੰਦਭਾਗੀ ਘਟਨਾ ਹੋਈ ਹੈ, ਇਹ ਜਿਮ ਦੇ ਵਿੱਚ ਹੋਈ ਹੈ। ਤਕਰੀਬਨ ਸਵੇਰੇ 8 ਵਜੇ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਜਿਹੜੇ ਅਕਬਰ ਭੋਲੀ ਨੇ ਹੈਗੇ ਨੇ, ਉਹ ਉੱਥੇ ਜਿਮ ਕਰ ਰਹੇ ਸੀ। ਵਾਰਮ ਅਪ ਕਰਦੇ ਦੌਰਾਨ ਉਹ ਜਿੱਥੇ ਜਿਹੜਾ ਜਿਮ ਦਾ ਜਿਹੜਾ ਐਂਟਰੀ ਗੇਟ ਹੁੰਦਾ ਹੈ, ਉੱਥੇ ਇੱਕ ਸ਼ੀਸ਼ਾ ਲੱਗਾ ਹੈ, ਉੱਥੇ ਅੱਗੇ ਨੂੰ ਦੇਖ ਰਹੀ ਸੀ ਤਾਂ ਅਚਾਨਕ ਦੋ ਜਿਹੜੇ ਅਗਿਆਤ ਜਿਹੜੇ ਵਿਅਕਤੀ ਨੇ, ਜਿਹੜੇ ਅਣਪਛਾਤੇ ਲੋਕ ਵੱਲੋਂ ਉਹਨਾਂ ਦੇ ਵੱਲੋਂ ਫਾਇਰ ਕੀਤਾ ਜਾਂਦਾ ਹੈ ਤੇ ਮੌਕਾ ਹੈ ਉੱਥੇ ਜਿਹੜੇ ਅਕਬਰ ਭੋਲੀ ਉੱਤੇ ਹੀ ਗਿਰ ਜਾਂਦੇ ਨੇ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅਸੀਂ ਉਹਨਾਂ ਦੇ ਜਿਹੜੇ ਜਿਮ ਸਾਥੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ, ਕੋਈ ਦੁਸ਼ਮਣੀ ਨਹੀਂ ਸੀ, ਬਹੁਤ ਨੇਕ ਇਨਸਾਨ ਸੀਗੇ ਤੇ ਉਹ ਇਨਸਾਫ ਦੀ ਮੰਗ ਕਰ ਰਹੇ ਨੇ। ਤੇ ਐਸਐਸਪੀ ਅਮਨੀਤ ਕੌਰ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ। ਉਹ ਕਹਿੰਦੇ ਅਸੀਂ ਜਲਦ ਤੋਂ ਜਲਦ ਜਿਹੜੇ ਹੈਗੇ ਦੋਸ਼ੀਆਂ ਨੂੰ ਫੜਿਆ ਜਾਵੇਗਾ ਤੇ ਉਹ ਇਸ ਜਾਂਚ ਵਿੱਚ ਲੱਗੇ ਹੋਏ ਨੇ। ਉਹ ਗਗਨ ਜੀ राजीव, दुश्मनी नहीं सी कोई, पर फिर भी इस तरीके का हमला होना मकसद की नजर आ रहा है कि लुट खोदा का मकसद नजर नहीं आ रहा है। जिम में आके कोई किसी को गोली मारे कि परिवार कुछ दसन तो गुरेज कर रहा है, परिवार को वाकई कुछ पता नहीं चल पा रहा कि हमलावर कौन ने। ਜੀ ਗਗਨ, ਜਿਹੜਾ ਪਰਿਵਾਰ ਹੈਗਾ ਉਹ ਕੈਮਰੇ ਤੇ ਆ ਨਹੀਂ ਰਿਹਾ, ਕੁਝ ਵੀ ਬੋਲਣ ਤੇ ਗੁਰੇਜ਼ ਕੀਤਾ ਜਾ ਰਿਹਾ ਉਹਨਾਂ ਵੱਲੋਂ। ਜਿਹੜਾ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਰੈਕੀ ਹੋਈ ਸੀ, ਪੂਰਾ ਪਲਾਨ ਸੀਗਾ ਮਰਡਰ ਦੀ। ਉਹਨਾਂ ਨੂੰ ਸਭ ਪਤਾ ਸੀਗਾ ਜਿਹੜੇ ਕਾਤਲ ਸੀਗੇ ਵੀ ਇੰਨੇ ਵਜੇ ਉਹ ਰੋਜ਼ਾਨਾ ਜਿਮ 'ਚ ਜਾਂਦੇ ਨੇ ਤੇ ਜਿਮ ਦੇ ਵਿੱਚ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਵੱਲੋਂ ਫਾਇਰ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਆਪਾਂ ਇਹਨੂੰ ਕਈ ਐਂਗਲ ਨਾਲ ਪੁਲਿਸ ਇਸ ਨੂੰ ਦੇਖ ਰਹੀ ਹੈ ਵੀ ਕੀ ਇਸ ਦੇ ਵਿੱਚ ਹੋਰ ਕੀ ਸੁਰਾਗ ਨਿਕਲ ਕੇ ਸਾਹਮਣੇ ਆ ਸਕਦੇ ਨੇ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ, ਆਪਾਂ ਆਪਣੇ ਵੱਲੋਂ ਹਜੇ ਕਿਆਸ ਹੀ ਲਗਾ ਸਕਦੇ ਹਾਂ, ਪਰ ਕੋਈ ਪੁਖਤਾ ਜਾਣਕਾਰੀ ਹਜੇ ਪ੍ਰਸ਼ਾਸਨ ਵੱਲੋਂ ਜਨਤਕ ਨਹੀਂ ਕੀਤੀ ਗਈ। जी बिल्कुल बिल्कुल राजीव, बहुत बहुत शुक्रिया इस तमाम जानकारी के लिए। राजीव साडे सहयोगी जानकारी दे रहे सन। क्राइम स्पॉट पे भी गए ने पर परिवार फिलहाल कुछ कहने लिए तैयार नहीं। परिवार कह रहा है किसी नाल कोई दुश्मनी नहीं सीगी, पर जिस तरीके कतल किया गया है, कतल के ਜਿਹੜੇ ਮੁੱਖ ਮਕਸਦ ਜਿਹੜੇ ਮੰਨੇ ਜਾਂਦੇ ਨੇ, ਜਾਂ ਤਾਂ ਲੁੱਟ ਖੋਹ ਦੇ ਲਈ ਜਿਹੜਾ ਹੈਗਾ ਕੋਈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਾਂ ਕੋਈ ਨਿੱਜੀ ਰੰਜਿਸ਼ ਹੋਵੇ ਤਾਂ ਇਸ ਤਰੀਕੇ ਦਾ ਕਤਲ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ। ਪਰਿਵਾਰ ਕਹਿ ਰਿਹਾ ਕਿ ਨਿੱਜੀ ਰੰਜਿਸ਼ ਨਹੀਂ ਸੀਗੀ, ਕਤਲ ਕਿਸ ਮਕਸਦ ਦੇ ਨਾਲ ਕੀਤਾ ਗਿਆ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਐਮਸੀ ਸੀਗੇ,
ਭੋਲੀ ਜਿਨ੍ਹਾਂ ਦਾ ਕਤਲ ਕੀਤਾ ਗਿਆ। ਔਰ ਇਹ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ। ਜਿਮ ਵਿੱਚ ਦਾਖਲ ਹੋ ਕੇ ਬਦਮਾਸ਼ ਜਿਹੜੇ ਹੈਗੇ ਹੈ ਗੋਲੀਆਂ ਚਲਾਉਂਦੇ ਨੇ ਔਰ ਉੱਥੋਂ ਫਰਾਰ ਹੋ ਜਾਂਦੇ ਨੇ। ਅਸੀਂ ਅਕਬਰ ਭੋਲੀ ਜੀ ਦੇ ਜਿਮ ਵਿਖੇ ਮੌਜੂਦ ਹਾਂ। ਤੁਹਾਨੂੰ ਪੂਰਾ ਕ੍ਰਾਈਮ ਸੀਨ ਸਮਝਾ ਦਿੰਦੇ ਆ। ਅਕਬਰ ਭੋਲੀ ਤਕਰੀਬਨ 8 ਵਜੇ ਇੱਥੇ ਜਿਮ ਆਏ ਸੀ। ਇੱਥੇ ਉਹ ਵਾਰਮ ਅਪ ਕਰ ਰਹੇ ਸੀ। ਇੱਥੇ ਵਾਰਮ ਅਪ ਕਰਦੇ ਕਰਦੇ ਐਕਸਰਸਾਈਜ਼ ਲਗਾਉਂਦੇ ਜਿਹੜੇ ਅਕਬਰ ਭੋਲੀ ਜੀ ਹੈਗੇ ਨੇ ਇੱਥੇ ਐਕਸਰਸਾਈਜ਼ ਲਗਾ ਰਹੇ ਸੀ। ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਚੱਲਦੇ ਆ ਜਿੱਥੇ ਉਹਨਾਂ ਦੇ ਫਾਇਰ ਹੋਇਆ ਸੀ। ਤੁਹਾਨੂੰ ਦਿਖਾ ਦਿੰਦੇ ਆ। ਅਕਬਰ ਭੋਲੀ ਜੀ ਵਾਰਮ ਅਪ ਹੁੰਦੇ ਉਹ ਗੇੜੇ ਲਗਾਉਂਦੇ ਇੱਥੇ ਠੀਕ ਇੱਥੇ ਰੁਕੇ, ਇੱਥੇ ਖੜੇ ਆਪਦੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਰਹੇ ਸੀ ਤੇ ਬਾਹਰ ਗੇਟ ਹੈਗਾ ਆ, ਉੱਥੋਂ 2 ਅਣਪਛਾਤੇ ਵਿਅਕਤੀ ਆਏ। ਉਹਨਾਂ ਵੱਲੋਂ ਅਕਬਰ ਭੋਲੀ ਦੇ ਫਾਇਰ ਕੀਤਾ ਜਾਂਦਾ ਹੈ। ਤਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਖੂਨ ਦੀਆਂ ਤਸਵੀਰਾਂ ਨੇ। ਇੱਥੇ ਅਕਬਰ ਭੋਲੀ ਜੀ ਇੱਥੇ ਗਿਰ ਗਏ ਸੀਗੇ ਤੇ ਇਹਨਾਂ ਦਾ ਖੂਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ। ਤੇ ਕਾਫੀ ਜਿਹੜਾ ਹੈਗਾ ਆ ਇਸ ਤੋਂ ਬਾਅਦ ਜਿਹੜਾ ਮਲੇਰਕੋਟਲਾ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਹੈਗੀ ਹੈ। ਤੇ ਜਾਣਕਾਰੀ ਅਸੀਂ ਜੁਟਾਈ ਹੈ ਉਹਨਾਂ ਦੇ ਜਿਹੜੇ ਜਿਮ ਸਹਿਯੋਗੀ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਕਿ ਅਕਬਰ ਭੋਲੀ ਜੀ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀਗੀ। ਉਹ ਬਹੁਤ ਹੀ ਨੇਕ ਇਨਸਾਨ ਸੀ ਤੇ ਹਰੇਕ ਉਹ ਜਿਮ ਦੀ ਕਈ ਲੋਕਾਂ ਨੂੰ ਫੀਸ ਵੀ ਮਾਫ ਕਰਦੇ ਸੀਗੇ ਤੇ ਉਹਨਾਂ ਦੇ ਕੋਈ ਕਿਸੇ ਨਾਲ ਰੰਜਿਸ਼ ਨਹੀਂ ਸੀ। ਤੇ ਹੁਣ ਉਹ ਮੰਗ ਕਰਦੇ ਨੇ ਕਿ ਜਲਦ ਤੋਂ ਜਲਦ ਜਿਹੜਾ ਹੈਗਾ ਆ ਇਨਸਾਫ ਮਿਲਣਾ ਚਾਹੀਦਾ। ਸੋ ਇਨਸਾਫ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਹੈ। ਹਾਲਾਂਕਿ ਜਿਮ ਦੇ ਸਹਿਯੋਗੀ ਕਹਿ ਰਹੇ ਨੇ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ। ਅਕਬਰ ਭੋਲੀ ਤੇ ਹਮਲਾ ਫਿਰ ਹੋਇਆ ਕਿਉਂ ਹੈ, ਸਵਾਲ ਇਸ ਗੱਲ ਨੂੰ ਲੈ ਕੇ ਹੈ। 2 ਬਦਮਾਸ਼ ਆਉਂਦੇ ਨੇ, ਗੋਲੀਆਂ ਵਰਾਉਂਦੇ ਨੇ ਔਰ ਫਰਾਰ ਹੋ ਜਾਂਦੇ ਨੇ। ਐਕਸਕਲੂਸਿਵ ਨਿਊਜ਼ 18 ਪੰਜਾਬ ਤੇ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਕਤਲ ਕੀਤਾ ਗਿਆ ਹੈ ਮਿਊਨਿਸਪਲ ਕਾਉਂਸਲਰ ਦਾ। ਲੋਕਾਂ ਦੇ ਚੁਣੇ ਹੋਏ ਮਿਊਨਿਸਪਲ ਕਾਉਂਸਲਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਸ਼ਰੇਆਮ। ਜਿਮ ਦੇ ਵਿੱਚ ਦਾਖਲ ਹੁੰਦੇ ਨੇ ਬਦਮਾਸ਼, ਗੋਲੀਆਂ ਵਰਾ ਕੇ ਫਰਾਰ ਹੋ ਜਾਂਦੇ ਨੇ। ਵੱਡਾ ਸਵਾਲ ਇੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਹੈ। ਵੱਡਾ ਸਵਾਲ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਕੀ MC ਭੋਲੀ ਦੀ ਕਿਸੇ ਨਾਲ ਦੁਸ਼ਮਣੀ ਸੀਗੀ। ਹਾਲਾਂਕਿ ਉਹਨਾਂ ਦੇ ਸਹਿਯੋਗੀ ਇਸ ਗੱਲ ਨੂੰ ਨਕਾਰ ਰਹੇ ਨੇ। ਉਹ ਇਹ ਕਹਿ ਰਹੇ ਨੇ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ, ਇਸ ਤਰੀਕੇ ਦਾ ਕੋਈ ਉਹਨਾਂ ਦਾ ਵਿਵਹਾਰ ਨਹੀਂ ਸੀਗਾ ਔਰ ਬੜੇ ਸਧਾਰਨ ਇਨਸਾਨ ਸੀਗੇ, ਬਹੁਤ ਵਧੀਆ ਸੁਭਾਅ ਸੀਗਾ ਉਹਨਾਂ ਦਾ। ਪਰ ਸਵਾਲ ਇਹ ਹੈ ਕਿ ਫਿਰ ਇਹ ਹਮਲਾ ਕਿਉਂ, ਕਾਤਿਲ ਕੌਣ ਹੈ, ਸਵਾਲ ਇਸ ਗੱਲ ਨੂੰ ਲੈ ਕੇ ਹੈ। ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ। ਪੁਲਿਸ ਦੀ ਜਾਂਚ ਵਿੱਚ ਕੌਣ ਸ਼ਖਸ ਇਸ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਹਮਲਾ ਕਰਦਾ ਹੋਇਆ ਇਹ ਸਾਹਮਣੇ ਆਵੇਗਾ, ਇਸ ਦਾ ਵੀ ਇੰਤਜ਼ਾਰ ਰਹੇਗਾ। ਪਰ ਸਵਾਲ ਇਹ ਹੈ ਕਿ ਹਮਲਾ ਕਿਉਂ, ਜੇਕਰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤਾਂ ਫਿਰ MC ਦਾ ਕਤਲ ਕਿਉਂ, ਸਵਾਲ ਇਸ ਗੱਲ ਨੂੰ ਲੈ ਕੇ। मैं मीडिया वाले ਨੂੰ ਬੇਨਤੀ ਕਰੂੰਗਾ ਥੋੜਾ ਜਿਹਾ, ਕਿਉਂਕਿ ਬਿਲਕੁਲ ਪਿੱਛੇ ਮੈਨੂੰ ਵੀ ਨਜ਼ਰ ਨਹੀਂ ਆਉਂਦਾ, ਥੋੜਾ ਥੱਲੇ ਹੋਣਾ ਪੈਣਾ, ਥੋੜਾ ਜਿਹਾ ਇਸ ਤੋਂ ਟੇਬਲ ਤੋਂ ਥੋੜਾ ਜਿਹਾ ਬਹਿ ਕੇ ਕਰ, ਥੋੜੇ ਨਜ਼ਰ ਆਵੇ ਨਾ। ਬਹਿ ਜਾਓ, ਤੁਸੀਂ ਤਾਂ ਆਪਣੇ ਘਰ ਦੇ ਹੀ ਮੁੰਡੇ ਹੋ ਸਾਰੇ, ਬਹਿ ਜਾਓ। ਕਿਉਂਕਿ ਪਤਾ ਕੀ ਇੱਕ ਪਾਸੇ ਲਾਉਣਾ ਚਾਹੀਦਾ ਸੀ ਆਪਣੇ, ਵਿੱਚ ਨਹੀਂ ਨਾ। हाँ बस, तो भी बजा भाई मुंडा। शहीद उधम सिंह जी की धरती सुनाम, इनकलाबी लोकां दी धरती सुनाम, पीरां फकीरां दी धरती सुनाम, अपने हक मंगण वाले लोकां दी ते जुल्मां दे खिलाफ लड़न वाले, नसां विच खून लैके घूमण वाले लोकां दी धरती
ਸੁਨਾਮ ਮੈਂ ਸਜਦਾ ਕਰਦਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਕਲਾਬ। ਅੱਜ 31 ਜੁਲਾਈ ਸ਼ਹੀਦ ਊਧਮ ਸਿੰਘ ਜੀ ਦੀ 83ਵੀਂ ਬਰਸੀ ਹੈ। ਸ਼ਰਧਾ ਦੇ ਫੁੱਲ ਪੇਂਟ ਕਰਨ ਆਏ ਆ ਸਾਰੇ। ਸਟੇਜ ਤੇ ਸ਼ਸ਼ੋਭਿਤ ਮੇਰੀ ਟੀਮ ਜਿਹੜੀ ਹੈ ਉਹਦੇ ਬਹੁਤ ਅਹਿਮ ਮੈਂਬਰ ਮਾਨਯੋਗ ਹਰਪਾਲ ਚੀਮਾ ਜੀ ਜਿਹੜੇ ਵਿੱਤ ਮੰਤਰੀ ਨੇ ਪੰਜਾਬ ਦੇ, ਮਾਨਯੋਗ ਅਮਨ ਅਰੋੜਾ ਜੀ ਤੁਹਾਡੇ ਵਿਧਾਇਕ ਵੀ ਨੇ ਤੇ ਸ਼ਹਿਰੀ ਵਿਕਾਸ ਮੰਤਰੀ ਨੇ, ਐਨਰਜੀ ਰੀਨਿਊਏਬਲ ਐਨਰਜੀ ਦੇ ਮਿਨਿਸਟਰ ਨੇ, ਲਹਿਰੇ ਗਾਗੇ ਤੋਂ ਵਰਿੰਦਰ ਕੁਮਾਰ ਗੋਇਲ ਜੀ ਐਮਐਲਏ ਨੇ, ਸੰਗਰੂਰ ਤੋਂ ਸਾਡੀ ਭੈਣ ਨਰਿੰਦਰ ਭਰਾਜ, ਅਮਰਗੜ੍ਹ ਤੋਂ ਗੱਜਣ ਮਾਜਰਾ ਜੀ ਐਮਐਲਏ ਨੇ, ਬਰਨਾਲੇ ਤੋਂ ਲਗਾਤਾਰ ਦੂਜੀ ਵਾਰ ਵਿਧਾਨ ਸਭਾ 'ਚ ਪਹੁੰਚੇ ਨੇ ਤੇ ਮੇਰੀ ਕੈਬਨਿਟ ਦੇ ਵਿੱਚ ਮਿਨਿਸਟਰ ਨੇ, ਖੇਡ ਮੰਤਰੀ ਨੇ, ਪ੍ਰਿੰਟਿੰਗ ਐਂਡ ਸਟੇਸ਼ਨਰੀ ਮੰਤਰੀ ਨੇ ਮੀਤ ਹੇਅਰ ਜੀ, ਲਗਾਤਾਰ ਦੂਜੀ ਵਾਰ ਮਹਿਲ ਕਲਾਂ ਤੋਂ ਜਿੱਤ ਕੇ ਵਿਧਾਨ ਸਭਾ 'ਚ ਪਹੁੰਚੇ ਨੇ ਮੇਰੀ ਟੀਮ ਦੇ ਬਹੁਤ ਅਹਿਮ ਮੈਂਬਰ ਤੇ ਆਮ ਲੋਕਾਂ ਦੇ ਨੇਤਾ ਵਜੋਂ ਜਾਣੇ ਜਾਂਦੇ ਕੁਲਵੰਤ ਪੰਡੋਰੀ ਜੀ ਤੇ ਸਾਡੇ ਪਾਰਟੀ ਦੇ डिस्ट्रिक्ट इंचार्ज भी रहे और एमपी के कैंडिडेट रहे गुरमेल खराचों जी। मेरे सामने आम आदमी पार्टी की रीढ़ की हड्डी जिन्हें भी वर्कर वलंटीयर अहुदेदार साहबान बैठे ने, बहुतियां नूं मैं जानदा, बाई नेम जानदा, आपां मिलते रहे हैं। कदे मोटरसाइकिल मेरे अगे, कदे मोटरसाइकिल पिछे। सो वो मेहनतां जिहड़ियां तुहाडीआं ने उन्हां नूं किसी करंसी च मापिया नहीं जा सकता। सो मैं तुहाडा धन्नवाद करदा कि तुसीं एडा वड्डा यकीन मेरे ते कीता, मेरी टीम ते कीता ते आपां उस यकीन ते पूरे उतरन लई दिन रात एक करांगे। अज दा दिन क्योंकि सुनाम मेरे लिए दूजे घर दे वांग है। मेरा जन्म इत्थे होया, मेरी कॉलेज की पढ़ाई इत्थे हुई। मैं जिन्नी बार भी सुनाम आना उन्नी बारी मेरिया पुरानियां यादां मेरे दिमाग च आ जांदियां ने। बहुत सारे मेरे क्लास फैलो या मेरे जूनीयर सीनियर मीडिया च भी ने, कुछ वकील बन गए, कुछ बिजनेस दे विच चले गए, कुछ नौकरियां करन लग गए। वो कहते हैं कि जिन्ने मर्जी उच्चे हो जाओ, जिन्ने मर्जी वड्डे बन जाओ, बंदे नूं जड़ां नहीं भुलनियां चाहीदियां। पुराने दोस्त, पुराना स्कूल, पुराने टीचर, उन्होंने कदे ना भुलो। क्योंकि जदों भी कदे कोई बूटा, फल, फुल जां छां देण लग जांदा है तां सब तो वध खुशी उस बूटे नूं पहली बार धरती नाल जोड़न वाले माली नूं हुंदी है। सो ये माली ने अपने जिन्हां ने आपां नूं सिक्ख्या दित्ती। सो अज जाके इत्थे यादां पुरानियां जिहड़ियां ताज़ा हो गई। मैं जदों कलाकार दे तौर ते विचरदा सी, पूरी दुनिया दे विच शो वगैरह करन जांदे सी तां उहदे विच इंग्लैंड दा दौरा भी हुंदा सी,
ਇੰਗਲੈਂਡ ਦੇ ਵਿੱਚ ਲੰਡਨ 'ਚ ਸ਼ੋਅ ਵੀ ਹੁੰਦਾ ਸੀ। ਮੇਰੇ ਨਾਲ ਦੇ ਕਲਾਕਾਰ ਜਦੋਂ ਕੋਈ ਸ਼ੋਅ ਹੈਗਾ ਸ਼ਨੀਵਾਰ ਨੂੰ ਅਸੀਂ ਪਹੁੰਚ ਗਏ, ਬੁੱਧਵਾਰ ਨੂੰ 3-4 ਦਿਨ ਵਿਹਲੇ ਨੇ, ਤਾਂ ਨਾਲ ਦੇ ਕਲਾਕਾਰ ਅਕਸਰ ਕਹਿੰਦੇ ਸੀ, ਜਿਹੜੇ ਸਾਡੇ ਸ਼ੋਅ ਕਰਾਉਣ ਵਾਲੇ ਸੀ ਉਹਨਾਂ ਨੂੰ, ਕਿ ਜੀ ਫਲਾਣੇ ਰੈਸਟੋਰੈਂਟ ਤੇ ਲੈ ਜਾਓ, ਸਾਨੂੰ ਫਲਾਣਾ ਪੁਲ ਦਿਖਾ ਦਿਓ, ਸਾਨੂੰ ਫਲਾਣਾ ਰਾਣੀ ਦਾ ਮਹਿਲ ਦਿਖਾ ਦਿਓ। ਮੈਂ ਉਹਨਾਂ ਦੇ ਨਾਲ ਜਾਂਦਾ ਨਹੀਂ ਹੁੰਦਾ ਸੀ। ਮੈਨੂੰ ਕਹਿੰਦੇ ਵੀ ਤੈਨੂੰ ਕੀ ਪ੍ਰੋਬਲਮ ਹੈ? ਮੈਂ ਕਿਹਾ ਪ੍ਰੋਬਲਮ ਨਹੀਂ, ਮੈਂ ਨਹੀਂ ਦੇਖਣੇ ਇਹ। ਕਹਿੰਦੇ ਬਹੁਤ ਵਧੀਆ ਚੀਜ਼ ਹੈ। ਮੈਂ ਕਿਹਾ ਇੱਕ ਬਹੁਤ ਵਧੀਆ ਚੀਜ਼ ਹੈਗੀ ਆ, ਮੈਨੂੰ ਉਹ ਦਿਖਾ ਦਿਓ। ਕਹਿੰਦੇ ਕੀ? ਮੈਂ ਕਿਹਾ ਮੈਨੂੰ ਕਿੰਗਸਟਨ ਹਾਲ ਦਿਖਾ ਦਿਓ, ਜਿੱਥੇ ਸਾਡੇ ਯੋਧੇ ਨੇ 22.5 ਸਾਲ ਬਾਅਦ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ। ਸੋ ਕਿੰਗਸਟਨ ਹਾਲ ਦੇਖਣ ਗਿਆ ਮੈਂ, ਪੌੜੀਆਂ ਤੇ ਮੈਂ ਮੱਥਾ ਟੇਕਿਆ। ਉਹਨਾਂ ਪੌੜੀਆਂ ਤੋਂ ਚੜ੍ਹ ਕੇ ਕਹਿੰਦੇ ਅੰਦਰ ਗਏ ਸੀ ਸ਼ਹੀਦ ਊਧਮ ਸਿੰਘ। ਬਿਲਕੁਲ ਲੰਡਨ ਦੇ ਡਾਊਨਟਾਊਨ ਦੇ, ਲੰਡਨ ਦੇ ਵਿਚਾਲੇ ਆ। ਆਮ ਤੌਰ ਤੇ ਉੱਥੋਂ ਲੋਕ ਆਪਣੇ ਐਂ ਲੰਘ ਜਾਂਦੇ ਆ, ਉਹਨੂੰ ਪਤਾ ਨਹੀਂ ਹੈਗਾ ਕਿ ਇਸ ਜਗ੍ਹਾ ਦੀ ਕੀ ਅਹਿਮੀਅਤ ਹੈ। ਸੋ ਉਹਨਾਂ ਨੇ ਮਿੱਟੀ ਦੀ ਸਹੁੰ ਖਾਧੀ। ਜਲਿਆਂਵਾਲਾ ਬਾਗ ਦੇ ਵਿੱਚ ਜਦੋਂ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਖੂਨ ਦੀਆਂ ਨਦੀਆਂ ਬਹਾਤੀਆਂ ਕਿ ਮੈਂ ਬਦਲਾ ਲਊਂਗਾ। 1919 ਤੇ 1940 ਲਗਭਗ 22 ਸਾਲ ਬਦਲੇ ਦੀ ਅੱਗ ਬੁਝਣ ਨਹੀਂ ਦਿੱਤੀ ਸ਼ੇਰ ਨੇ। ਆਪਣੇ ਵੀ ਆਪਾਂ ਸਮਾਜ 'ਚ ਵਿਚਰਦੇ ਆਂ, ਕਿਸੇ ਆਪਸ 'ਚ ਸਕੇ ਭਾਈ ਲੜ ਪੈਂਦੇ ਆ, ਪੰਚਾਇਤ ਫੈਸਲਾ ਕਰਾਉਂਦੀ ਆ ਅੱਡ ਅੱਡ ਹੋ ਜਾਓ ਭਾਈ, ਘਰ ਦੇ ਵਿਚਾਲੇ ਕੰਧ ਕੱਢ ਲਈ ਜਾਂਦੀ ਹੈ। ਉਸ ਦਿਨ ਤੱਤੇ ਘੋਹ 'ਚ ਮਿਸਤਰੀਆਂ ਨੂੰ ਕਹਿੰਦੇ ਨੇ 2 ਰਦੇ ਹੋਰ ਲਾ ਦੇ, ਦਿਖਣੇ ਨਹੀਂ ਚਾਹੀਦੇ ਆਪਸ 'ਚ। ਅਸੀਂ ਬੜੀ ਅੱਗ ਹੁੰਦੀ ਹੈ ਉਸ ਵੇਲੇ ਲੜਨ ਦੀ ਆਪਦੇ ਭਾਈ ਨਾਲ। ਵਕਤ ਪੈਂਦਾ। ਇੰਗਲਿਸ਼ ਦੀ ਕਹਾਵਤ ਹੈ, ਟਾਈਮ ਇਜ਼ ਅ ਬੈਸਟ ਹੀਲਰ। ਸਾਲ ਸਵਾ ਕੁ ਸਾਲ ਬਾਅਦ ਨਾ ਉਹ ਕੰਧ ਚੋਂ 2 ਇੱਟਾਂ ਕੱਢ ਲੈਂਦੇ ਆ ਵੀ ਚਲ ਦਾਲ ਦੀ ਕੌਲੀ ਇੱਧਰ ਉੱਧਰ ਫੜਾਉਣੀ ਹੁੰਦੀ ਹੈ। ਥੋੜਾ ਜਿਹਾ ਗੁੱਸਾ ਠੰਡਾ ਹੋ ਜਾਂਦਾ ਹੈ। 1.5 ਸਾਲ ਬਾਅਦ, 1.5 ਤੇ 2 ਸਾਲ ਦੇ ਵਿੱਚ ਦੀ ਐਵਰੇਜ ਮੈਂ ਕੱਢੀ ਹੋਈ ਹੈ ਵੀ ਵਿਚਾਲੇ ਉਹ ਕੰਧ ਢਾਹ ਕੇ ਵਿਚਾਲੇ ਇੱਕ ਗੇਟ ਜਿਹਾ ਰੱਖ ਲੈਂਦੇ ਨੇ ਜਵਾਕਾਂ ਦੇ ਆਉਣ ਜਾਣ ਨੂੰ ਤੇ ਆਪਸ 'ਚ ਆਉਣ ਜਾਣ ਨੂੰ। ਮੇਰਾ ਮਤਲਬ ਕਿ 2 ਸਾਲ 'ਚੋਂ ਅੱਗ ਠੰਡੀ ਹੋ ਜਾਂਦੀ ਹੈ, ਜਿਹੜੀ ਉਸ ਦਿਨ ਪੰਚਾਇਤ ਦੇ ਕੋਲੇ ਜਿੱਥੇ ਮਰਨ ਮਰਾਉਣ ਤੇ ਆਏ ਹੁੰਦੇ ਆ। ਪਰ ਤੁਸੀਂ ਇਹ ਦੇਖੋ, ਸੋਚੋ ਕਿ ਸ਼ਹੀਦ ਊਧਮ ਸਿੰਘ ਨੇ 22 ਸਾਲ ਅੱਗ ਬੁਝਣ ਨਹੀਂ ਦਿੱਤੀ। ਬਹੁਤ ਮੌਕੇ ਮਿਲੇ ਉਹਨੂੰ ਮਾਰਨ ਦੇ, ਕਹਿੰਦਾ ਨਹੀਂ ਐ ਨਹੀਂ ਮਾਰਨਾ, ਸਾਹਮਣੇ ਹੋਊ ਕੰਮ ਇਹ ਜੇ ਹੋਊਗਾ। ਜਿਵੇਂ ਕੋਰੀਓਗ੍ਰਾਫੀ ਦੇ ਵਿੱਚ ਬੱਚੇ ਦਿਖਾ ਰਹੇ ਸੀ, ਔਰ ਭੱਜਿਆ ਵੀ ਨਹੀਂ, ਖੜ ਗਿਆ ਉੱਥੇ ਹੀ। ਆ ਚੱਕੋ ਪਿਸਤੌਲ, ਮੇਰਾ ਕੰਮ ਹੋ ਗਿਆ, ਲੈ ਜਾਓ ਜਿੱਥੇ ਲੈ ਕੇ ਜਾਣਾ। ਸੋ ਇਹ ਕਿਤੇ ਦੁਨੀਆ 'ਚ ਮਿਸਾਲਾਂ ਨਹੀਂ ਮਿਲਦੀਆਂ ਜੀ ਕਿ 22 ਸਾਲ ਬਾਅਦ ਆਪਣੇ ਦੇਸ਼ ਦੇ ਲੋਕਾਂ ਦੇ ਖੂਨ ਦਾ ਬਦਲਾ ਲੈਣਾ। ਪਰ ਦੁੱਖ ਉਦੋਂ ਹੁੰਦਾ ਹੈ
ਜਦੋਂ ਸਾਡੇ ਆਪਣੇ ਆਜ਼ਾਦੀ ਮਾਨਣ ਵਾਲੇ ਸੰਵਿਧਾਨ ਦੀ ਸਹੁੰ ਚੱਕ ਕੇ ਪਦਵੀਆਂ ਲੈਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਤੇ ਸਵਾਲ ਉਠਾਉਂਦੇ ਨੇ। ਬਾਈ ਸਾਲ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਅੱਗ ਬਾਲੀ ਰੱਖੀ। ਤੇ ਇੱਥੇ ਜਲਿਆਂਵਾਲੇ ਬਾਗ ਦੇ ਹੱਤਿਆ ਕਾਂਡ ਤੋਂ ਬਾਅਦ ਜਨਰਲ ਡਾਇਰ ਨੂੰ ਸਰੋਪੇ ਦਿੱਤੇ। ਫਿਰ ਸ਼ਹੀਦ ਊਧਮ ਸਿੰਘ ਜੀ ਦੀ ਆਤਮਾ ਤੜਫਦੀ ਨਹੀਂ ਹੋਊਗੀ ਕਿ ਮੈਂ 22 ਸਾਲ ਕਿਉਂ ਗਾਲੇ ਫਿਰ ਆਪਣੀ ਜ਼ਿੰਦਗੀ ਦੇ। ਜੇ ਆਜ਼ਾਦ ਦੇਸ਼ ਦੇ ਵਿੱਚ ਇਹ ਕਿਹਾ ਜਾਊਗਾ ਕਿ ਜਨਰਲ ਡਾਇਰ ਨੂੰ ਸਰੋਪਾ ਦੇਣਾ ਬਹੁਤ ਠੀਕ ਸੀ, ਇਹਦਾ ਮਤਲਬ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਜਿਹੜਾ ਸੀ, ਗੋਲੀकांड ਜਿਹੜਾ ਸੀ, ਉਹ ਸਹੀ ਠਹਿਰਾਤਾ ਸਰੋਪੇ ਦੇ ਕੇ। ਉਹ ਗੱਲਾਂ ਕਰਦੇ ਆ ਯਾਰ। ਸ਼ਹੀਦ ਭਗਤ ਸਿੰਘ ਦੇ ਨਾਂ ਤੇ ਕੰਟਰੋਵਰਸੀਆਂ ਚੱਲ ਰਹੀਆਂ। ਸ਼ਹੀਦ ਭਗਤ ਸਿੰਘ ਨੂੰ ਕਿਸੇ ਤੋਂ ਕੋਈ ਰੁਤਬਾ ਪਦਵੀ ਲੈਣ ਦੀ ਲੋੜ ਨਹੀਂ। ਕੱਲਾ ਸ਼ਹੀਦ ਭਗਤ ਸਿੰਘ ਕਹਿ ਦੋ, ਖੂਨ ਉੱਬਲਣ ਲੱਗ ਜਾਂਦਾ ਹੈ। ਕੁਝ ਪੜਿਆ ਨਹੀਂ ਕਰਿਆ ਨਹੀਂ ਉਹਨਾਂ ਬਾਰੇ ਬੋਲਣ ਲੱਗ ਜਾਂਦੇ ਆ। ਜਿਸ ਦਿਨ ਅਸੈਂਬਲੀ 'ਚ ਬੰਬ ਸੁੱਟਣਾ ਸੀ, ਉਹ ਬੰਬ ਜਿਹੜਾ ਹੈ ਮਾਰਨ ਵਾਲਾ ਨਹੀਂ ਸੀ, ਆਵਾਜ਼ ਕਰਨ ਵਾਲਾ ਸੀ। ਗੋਰੀ ਹਕੂਮਤ ਦੇ, ਬੋਲੀ ਹਕੂਮਤ ਦੇ ਕੰਨ ਖੋਲਣ ਲਈ। ਜਿਸ ਦਿਨ ਪਲੈਨਿੰਗ ਬਣੀ ਕਿ ਬੰਬ ਸੁੱਟਣਾ ਹੈ, ਉਹਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਨਹੀਂ ਸੀਗਾ ਜੀ। ਬੁਕਟੇਸ਼ਵਰ ਦੱਤ ਦਾ ਸੀ, ਹੋਰ ਸਾਥੀਆਂ ਦਾ ਸੀ। ਚੰਦਰਸ਼ੇਖਰ ਆਜ਼ਾਦ ਜੀ ਪਾਰਟੀ ਦੇ ਪ੍ਰਧਾਨ ਸੀ, ਨੌਜਵਾਨ ਸਭਾ ਦੇ। ਸ਼ਹੀਦ ਆਜ਼ਮ ਭਗਤ ਸਿੰਘ ਨੇ ਜਦੋਂ ਲਿਸਟ ਦੇਖੀ ਕਿ ਮੇਰਾ ਨਾਂ ਨਹੀਂ ਹੈਗਾ, ਉਹਨੇ ਸਭ ਤੋਂ ਥੱਲੇ ਆਪਣਾ ਨਾਂ ਆਪ ਹੀ ਪਾ ਲਿਆ। ਤਾਂ ਜਦੋਂ ਲਿਸਟ ਗਈ ਚੰਦਰਸ਼ੇਖਰ ਆਜ਼ਾਦ ਜੀ ਕੋਲ, ਤਾਂ ਉਹਨਾਂ ਨੇ ਗੁੱਸਾ ਕੀਤਾ ਕਿ ਭਗਤ ਸਿੰਘ ਆ ਕੀ ਕੀਤਾ ਤੂੰ? ਤੈਨੂੰ ਪਤਾ ਹੈ ਕਿ ਇਹਨਾਂ ਜਿੰਨੇ ਵੀ ਬੰਬ ਸੁੱਟਣ ਜਾਣਗੇ ਉਹਨਾਂ ਨੇ ਗ੍ਰਿਫਤਾਰੀਆਂ ਦੇਣੀਆਂ ਨੇ, ਤੇ ਤੂੰ ਵੀ ਗ੍ਰਿਫਤਾਰ ਹੋ ਜਾਏਗਾ ਫਿਰ ਜੇ ਤੂੰ ਆਪਣਾ ਨਾਮ ਪਾ ਲਿਆ। ਤੇ ਤੇਰੇ ਤੇ 302 ਦਾ ਮੁਕੱਦਮਾ ਚੱਲਦਾ ਲਾਹੌਰ 'ਚ, ਤੈਨੂੰ ਉੱਥੇ ਲਿਜਾ ਕੇ ਫਾਂਸੀ ਦੇ ਦੇਣਗੇ। ਪਾਰਟੀ ਨੂੰ ਤੇਰੀ ਲੋੜ ਹੈ। ਤਾਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿਹਾ, ਠੀਕ ਹੈ ਪੰਡਿਤ ਜੀ, ਸਹੀ ਕਹਿ ਰਹੇ ਹੋ, ਸਾਨੂੰ ਫੜਨਗੇ, ਸਾਨੂੰ ਲਾਹੌਰ ਲੈ ਜਾਣਗੇ, ਮੁਕੱਦਮਾ ਚੱਲੂਗਾ, ਫਾਂਸੀ ਦੇ ਦੇਣਗੇ। ਪਰ ਸਰ ਦੇਖੋ ਤਾਂ ਸਹੀ, ਇਹਨਾਂ 10 ਦੇ ਵਿੱਚੋਂ ਅੰਗਰੇਜ਼ੀ ਬੋਲਣ ਵਾਲਾ ਇਕੱਲਾ ਮੈਂ ਆ। ਅਸੀਂ ਕੀ ਕਰਾਂਗੇ? ਕੋਈ ਵਕੀਲ ਨਹੀਂ ਕਰਦੇ, ਅਸੀਂ ਆਪਣਾ ਮੁਕੱਦਮਾ ਆਪ ਲੜਾਂਗੇ। ਅਸੀਂ ਕੋਰਟ ਦੇ ਵਿੱਚ, ਕਚਹਿਰੀ ਦੇ ਵਿੱਚ ਪ੍ਰੈਸ ਬੁਲਾਇਆ ਕਰਾਂਗੇ। ਅਸੀਂ ਸਾਰੀਆਂ ਗੱਲਾਂ, ਪਾਰਟੀ ਦਾ ਸਾਰਾ ਆਈਡੀਓਲੋਜੀ, ਪਾਰਟੀ ਦੀ ਸਾਰਾ ਰੋਡ ਮੈਪ, ਪਾਰਟੀ ਦੀ ਸਾਰੀ ਜਿਹੜੀ ਵਿਚਾਰਧਾਰਾ ਹੈ, ਉਹ ਕੋਰਟ ਦੇ ਥਰੂ ਪ੍ਰੈਸ ਦੇ ਵਿੱਚ ਛਪਾਵਾਂਗੇ। ਇਹਦੇ ਨਾਲ ਆਪਣੀ ਵਿਚਾਰਧਾਰਾ ਉੱਪਰ ਆਊਗੀ ਜੀ। ਪਾਰਟੀ ਨੂੰ ਇਸ ਵਕਤ ਲੋੜ ਹੈ ਕਿ ਆਪਾਂ ਉਹਦਾ ਪ੍ਰਚਾਰ ਕਰੀਏ। ਫਿਰ ਕੀ ਹੋਗਾ ਜੇ ਫਾਂਸੀ ਦੇ ਦੇਣਗੇ? ਇਹਨੂੰ ਕਹਿੰਦੇ ਆ ਜੀ ਲੀਡਰ। ਇਹਨੂੰ ਕਹਿੰਦੇ ਆ ਲੀਡਰ ਜਿਹਨੇ ਫਾਂਸੀ ਵਾਲੀ ਲਿਸਟ 'ਚ ਨਾਮ ਪਾਇਆ ਆਪਣਾ। ਤੇ ਅੱਜ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਕੀ ਕਰਦਾ ਸੀ, ਉਹ ਤਾਂ ਐਂ ਕਰਦਾ ਸੀ, ਉਹ ਕਰਦਾ ਸੀ। ਰਾਜਗੁਰੂ ਪੂਨੇ ਤੋਂ ਸੀ, ਹਿੰਦੀ ਬੋਲਦੇ ਸੀ ਰਾਜਗੁਰੂ ਜੀ। ਭਗਤ ਸਿੰਘ ਹੋਰੀ ਤਾਂ ਲਿਖਦੇ ਰਹਿੰਦੇ ਸੀ ਬਹੁਤ ਕੁਝ, ਐਡੀਟੋਰੀਅਲ ਵੀ ਲਿਖਦੇ ਸੀ, ਸ਼ੇਰ ਵੀ ਲਿਖਦੇ ਸੀ ਵਤਨ ਪ੍ਰਸਤੀ ਦੇ। ਰਾਜਗੁਰੂ ਕੁਝ ਲਿਖਦਾ ਨਹੀਂ ਸੀ। ਰਾਜਗੁਰੂ ਨੂੰ ਮਜ਼ਾਕ ਕਰਦੇ ਸੀ, ਕਿਉਂਕਿ 19-20 ਸਾਲ ਦੇ ਮੁੰਡੇ ਸੀ, ਆਪਸ 'ਚ ਮਜ਼ਾਕ ਕਰਦੇ ਸੀ ਕਿ ਰਾਜਗੁਰੂ ਤੂੰ ਕਦੇ ਕੁਝ ਲਿਖ ਨਹੀਂ ਸਕਦਾ। ਰਾਜਗੁਰੂ ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂੰਗਾ। ਕਹਿੰਦੇ ਤੂੰ ਨਹੀਂ ਲਿਖ ਸਕਦਾ। ਕਹਿੰਦਾ ਨਹੀਂ ਯਾਰ ਮੈਂ ਕਦੇ ਕੁਝ ਲਿਖੂੰਗਾ, ਉਹਨੂੰ ਵੀ ਕਦੇ ਕੋਈ ਸਟੇਜ ਤੇ ਸੁਣਾਊਗਾ ਯਾਰ ਜਦੋਂ ਦੇਸ਼ ਆਜ਼ਾਦ ਹੋ ਗਿਆ। ਉਹ ਹੱਸਦੇ ਕਹਿੰਦੇ ਚਲੋ ਕੋਈ ਨਹੀਂ ਦੇਖਾਂਗੇ। ਕਰਦੇ ਕਰਾਉਂਦੇ ਫਾਂਸੀ ਸਜ਼ਾ ਹੋਗੀ। ਫਿਰ ਕਹਿੰਦੇ ਰਾਜਗੁਰੂ ਹੁਣ ਕਿਵੇਂ ਕਰਨਾ ਹੈ, ਕਦੋਂ ਲਿਖੇਗਾ?
कहते लिखूंगा। लंबा चलिया केस, पुछ लिया करन महीने के बाद राजगुरू कुछ लिखिया, कहता ना जी हजे ही लिखिया, तू नहीं लिख सकता, ये तेरे वास्ता काम नहीं। फांसी वाला दिन आ गया जी, तड़के तड़के फांसी दी जाती है 4 बजे 4:30 बजे, जगाउण वास्ते आ गया जेल का जिहड़ा सपो सी पुलिस कि उठो जी फांसी है। 3:30 बजे सवेरे जगा ले। वो कहते राजगुरू लिखा कुछ, कहना लिखूंगा। कहना कदों लिखेंगे, अद्धा घंटा रह गया। उन्हें उन्होंने क्या उस सिपाही नूं, उस सिपाही इंडियन सी, है गोरी पुलिस का सी, कहना यार एक कोला लिया दे, क्योंकि फांसी वाले को सब कुछ खो लेंदे जी, कि कोई आपदे आपदे आप किते किसी गलों हार्म ना कर लैन, कोई झरीट ना मार लैन, कोई ऐदां दा। वो चलो थोड़ा जा वतन परस्त सीगा सिपाही, उन्होंने कहा चलो जांदी वार दी मंगी है ना, उन्हें कोला लियाता। कोला लियाता केंद्री जेल लाहौर दी बैरक दे विच कोले नाल 2 लाइनां लिखियां जी राजगुरू ने, 2 लाइनां सिर्फ हिंदी च। आ जेड़े सवाल ठाउंदे ने ना उन्हां दियां शहीदियां ते, कृपा करके वो आ पढ़ लैन। की लिखा सी राजगुरू ने? हम भी जी सकते थे चुप रहकर, हम भी जी सकते थे चुप रहकर, हमें भी मां बाप ने पाला था दुख सहकर। इन्ना लिखा, आधे घंटे बाद फांसी हो गई जनाब, आधे घंटे बाद फांसी हो गई। वो भी जिउ सकते सी जी चुप रह के, चलो अपा की लेना है, पर उन्होंने लेना सी, उन्होंने मुल्क लेना सी। 23 साल की उम्र च अज मुंडे अपने बापू तो मोटरसाइकिल मंगते हैं, ते 23 साल की उम्र च भगत सिंह होरी अंग्रेजों तो मुल्क मंगते सी, साडा मुल्क दिओ सानू, जाओ तुसीं इत्थों, ते तुसीं उन्हां दे सवाल ठाओगे। भगत सिंह कहंदे कहाउंदे घर दा मुंडा सी जी, कोई आम घरां तो नहीं सी, वो बड़े वधिया गुजारे चल जांदे। शहीद करतार सिंह सराभा, भगत सिंह जिन्हां दी फोटो रखते सी अपनी जेब च, जिन्हां ने लिखिया सी सेवा देश की जिंदड़ी है बड़ी औखी, गल्लां करनियां ढेर सखलियां ने, जिन्हां देश सेवा विच पैर पाया उन्हां लख मुसीबतां चलियां ने। जिन्हां ने लिखिया सी, भगत सिंह जेब दे विच फोटो दे थल्ले ये लिखा हुआ शेर रखते सी, शहीद करतार सिंह सराभा जी 350 एकड़ के मालिक सीगे, लुधियाने दियां जड़ां च सराभा पिंड है, 350 एकड़। और यह गल मैं क्लीयर कर देना चाहना, मीडिया बैठा है, वो किसी पंचायत की दबी हुई नहीं सी, वो जद्दी सी। हो पायलट का कोर्स करन गए सी कैलीफोर्निया, पायलट का उस जमाने च। फिर उत्थे गदरी बाबे नाल मेल होया, फांसियां ते चढ़ गए। इत्थे पहाड़ां च जमीनां लई फिरदे ने, अपने आप नूं कहाउंदे असीं पता नहीं इनकलाबी हाँ। असीं दुख हुंदा इस गल दा, उन्हां दे बनाए हुए संविधान की सौं खाने हो ते उन्हां नूं निंदे हो। कल्ला एक शहीद होया, अपने पिंड दे आले दुआले पिंडां देख लैने, शेरों का मुंडा कारगिल च शहीद होया, साडे पिंड के 2 मुंडे शहीद, जग्गा ते हाकम चाचे ताए दे मुंडे, वो भी भारतीय फौज च शहीद होए ने। चीमा भी शहीदां ही धरती है। जेड़े मर्जी पिंड चल जाओ जी, बख्शी वाले तो गुलाब कौर जी, जेड़े मर्जी पिंड चल जाओ, तुहानू शहीदां दे नाम मिल जाणगे, गेट लगे मिल जाणगे, बुत लगे मिल जाणगे। ते सानू ये सिखाउंदे आ कि वतन परस्तियां की हुंदियां ने। सो वीरो, उदों दुख हुंदा जदों शहीदां नूं कोई बंदा उठ के एवें ही सवाल करन लग जांदा।
देखो अपने शरीर दे विच 70% पानी है, पर जे इत्थे सट वजे निकलूगा की खून। 70% पानी है, इत्थे शरीर ते सट वजे तो खून निकलूगा। अपने दिल च 100% खून है, पर जदों वो ते सट वजे तो अखां चों पानी निकलूगा। सो इस करके शहीदां नूं जे कोई इस तरह की गल करूगा तो साडे दिल ते सट वजदी है। सो कृपा करके यह जे बंदियां ते यकीन ना करियो जिहड़े आपदे पुरखियां नूं ठहराउंदे ने सही। कैप्टन साहब मुगलों वेले भी राज उन्हां नाल सी, उदों अंग्रेज़ां वेले भी राज उन्हां नाल सी, अज भी उन्हां नाल ने। शीश महल जाके देखियो, भगत सिंह की फोटो लगी है जो सेवा सिंह ठीकरी वाले दी लगे हुए ने बुत उत्थे शीश महल च। एलिज़ाबेथ 1 एलिज़ाबेथ 2 किंग फलाना उन्हां दी लाई बैठे ने। कैप्टन अमरिंदर दे पुरखियां दे साइन ने शहीद सेवा सिंह ठीकरी वाला दी फांसी देण दे हुक्मां ते उन्हां दी जेल च ही फांसी दित्ती गई है। 18-19 जनवरी नूं ठीकरी वाले फिरदे हुंदे ने, उन्हां नूं भी शहीद कही जांदे ने जिहड़े आप ही हत्थी आर्डर दित्ते ने। जिस वेले इनकलाब जिंदाबाद का नारा ला रहे सी ना भगत सिंह होरी, उस वेले अंग्रेज़ां ने पूछा ये की है, तो कैप्टन के बड़े वडेरिਆਂ ने कहा कुछ भड़के हुए नौजवान ने जी, एवें कमले जे हैगे ने, ये कोई इनकलाब नहीं हुंदा। तो उन्हां तो उम्मीद कर लोगे तुसीं पंजाब वास्ते कुछ कर देणगे हो, ये तो आपां नूं ही करना पऊगा। ये अपने वाली वैरायटी ठीक है देसी, घट्टो घट्ट कोई घपला तो नहीं किया प्यो दादे ने, घट्टो घट्ट किसी गलों काने तो नहीं हैगे। ते हुण मैं रोज फाइलां कढदा, इत्थों इधर नूं लै गए जी पैसा, पैसा इधर नूं लिजा के फिर इधर नूं लै गए, इधर नूं लै गए, पर हजे किते वो फाइल नहीं आई भी नाल लै गए, वो इत्थे रहूगा। मैं तुहानूं कहा सी आ स्कीमां देवांगे, गारंटियां भी दित्तियां, गारंटियां तो बिना भी जमीनां छडाउण दी गारंटी तो नहीं दित्ती सी। 9053 एकड़ छड़ा चुके हुण तक, 9053 एकड़, कोई फॉरेस्ट दी है कोई ओदी है। MLA दी पेंशन कट्टण दी गारंटी तो नहीं दित्ती सी। सब तो पहला वही काम किया, एक MLA एक पेंशन लैनी है, लो नहीं सत श्री अकाल, बहुत सेवा होगी, तुसी बहुत सेवा कर ली, थोड़ी सेवा तो दुखी हाँ सी। बस 1 जुलाई तो बिजली 300 यूनिट 1 महीने का, 600 यूनिट 2 महीनों का फ्री आऊगी जी। किलोवाट का कोई चक्कर नहीं, ये आम घर भी आउणगे, जनरल घर भी आउणगे, SC BC BPL सारे आउणगे। 600 यूनिट तो थले रहना चाहिए बस। मैं बिजली बोर्ड नूं पुछया कि मैनूं दसो पहला बिल जिहड़ा है वो किन्ने घरां नूं किन्ना आऊगा। मैनूं अज दसदियां खुशी हो रही है, 1 जुलाई नूं बिजली फ्री कीती है। 2 महीनों का साइकिल है बिल का, 31 अगस्त तक 2 महीने हो जाएंगे। सितंबर के पहले हफ्ते थोनों बिजली के बिल आउणगे, कल्ले बिल आउणगे, बाकी होर कुछ नहीं होगा। उत्ते लिखा होया 51 लाख घरां नूं जीरो बिल आऊगा जी। चौहत्तर लाख घरां चों 51 लाख घर जीरो बिजली का बिल। ये मैं उही नहीं कहता हवा च, सितंबर के पहले महीने फड़ लियो मैनू भी तू तो कह के आया सी उत्थे। और मेरे तो वैसे भी हजे तक जुगनू वाले चली जाते हैं, मेरा तो रिकॉर्ड ही रह जाता है। सो मैं तो कुछ ऐसा कह भी नहीं सकता कि मैं बाद च मुकरा ना, मैं कहंदा ही ओह हाँ जो मैं कर सकदा। सच बोलने का एको ही फायदा है, उन्होंने एक बारी बोल के दोबारा याद नहीं रखना पैंदा, जिथे बोलोगे सच ही बोलोगे बस। और सर्दियों दे विच नवंबर ते दिसंबर
ਉਹ ਮਹੀਨੇ ਜਿਹੜੇ ਨੇ ਜਦੋਂ ਉਹਨਾਂ ਦਾ ਬਿੱਲ ਆਊਗਾ, ਕਿਉਂਕਿ ਸਰਦੀਆਂ 'ਚ ਬਿਜਲੀ ਦਾ ਬਿੱਲ ਘਟ ਜਾਂਦਾ, ਰਜਾਈ ਉਹ ਲੈਣੀ ਹੁੰਦੀ ਆ ਉੱਤੇ, ਉਦੋਂ ਹੋਰ ਕੁਝ ਨਹੀਂ ਚੱਲਦਾ। ਨਵੰਬਰ ਦਸੰਬਰ ਦਾ ਜਿਹੜਾ ਬਿੱਲ ਹੈ, ਨਵਾਂ ਸਾਲ 2023 ਤੁਹਾਨੂੰ ਇੱਕ ਐਸੀ ਵਧਾਈ ਲੈ ਕੇ ਆਊਗਾ ਤੁਸੀਂ ਸੋਚਿਆ ਨਹੀਂ ਹੋਣਾ। ਉਹ ਨਵੇਂ ਸਾਲ ਦੇ ਪਹਿਲੇ ਹਫਤੇ ਜਿਹੜਾ ਬਿਜਲੀ ਦਾ ਬਿੱਲ ਆਊਗਾ, 74 ਲੱਖ ਘਰਾਂ ਚੋਂ 68 ਲੱਖ ਘਰਾਂ ਨੂੰ ਜ਼ੀਰੋ ਬਿੱਲ ਆਊਗਾ ਜੀ। ਇੰਡੀਆ ਦੇ ਵਿੱਚ, ਦੇਸ਼ ਦੇ ਵਿੱਚ ਪਹਿਲੀ ਵਾਰ ਹੋਊਗਾ ਕਿ 90% ਤੋਂ ਉੱਪਰ ਘਰਾਂ ਨੂੰ ਬਿਜਲੀ ਦਾ ਬਿੱਲ ਆਊਗਾ। ਨਾਲੇ 1 ਰੁਪਈਆ ਵੀ ਕਰਜ਼ਾ ਨਹੀਂ ਚੜਨ ਦਿੰਦੇ, 1 ਰੁਪਈਆ ਵੀ ਕਰਜ਼ਾ ਨਹੀਂ ਚੜਨ ਦਿੰਦੇ। ਮੈਂ ਵੀ ਇੱਕ ਕਮਰਸ ਦਾ ਸਟੂਡੈਂਟ ਰਿਹਾ, ਇਕਨੋਮਿਕਸ ਪੜ੍ਹੀ ਹੋਈ ਹੈ ਮੈਂ। ਪੈਸਿਆਂ ਦਾ, ਪੈਸੇ ਕਿਤੇ ਘਟੇ ਨਹੀਂ ਹੁੰਦੇ ਜੀ, ਨੀਤ ਸਾਫ਼ ਚਾਹੀਦੀ ਹੈ। ਪੈਸੇ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਜਿੰਨੇ ਮਰਜ਼ੀ ਗੱਡੀ ਚੱਲੋ, ਉੱਥੇ ਖਜ਼ਾਨਾ ਪੱਟ ਲਿਆ ਆਪਾਂ ਨੇ, ਹੁਣ ਉੱਥੇ ਖੱਡਾ ਲੱਗ ਗਿਆ ਆਪਣਾ, ਹੁਣ ਬਸ ਕਰਾਹ ਵਾਲਾ ਟਰੈਕਟਰ ਚੱਲੂ, ਜਿੰਨੇ ਮਰਜ਼ੀ ਭਰ ਲਿਆ ਕਰੋ, ਉੱਥੋਂ ਉੱਥੇ ਹੀ ਪਿਆ ਸਾਰਾ ਕੁਝ। ਸੋ ਵੀਰੋ, ਸ਼ਹੀਦਾਂ ਦੀ ਧਰਤੀ ਹੈ। ਉਹਨਾਂ ਨੇ ਇਹ ਸੋਚਿਆ ਸੀ, ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਜੇ ਅਸੀਂ ਸ਼ਹੀਦ ਹੋ ਜਾਾਂਗੇ ਸਾਡੇ ਬੁੱਤ ਲੱਗਿਆ ਕਰਨਗੇ, ਸਾਡੇ ਮੇਲੇ ਲੱਗਿਆ ਕਰਨਗੇ। ਇਸ ਕੰਮ ਵਾਸਤੇ ਸ਼ਹੀਦ ਨਹੀਂ ਹੋਏ ਸੀ। ਉਹਨਾਂ ਨੇ ਇਹ ਸੋਚਿਆ ਸੀ ਜਦੋਂ ਆਜ਼ਾਦ ਹੋ ਗਏ, ਸਾਡੇ ਦੇਸ਼ ਦੇ ਲੋਕ ਆਪ ਫੈਸਲਾ ਕਰਿਆ ਕਰਨਗੇ ਆਪਦਾ, ਆਪ ਵੋਟ ਪਾਇਆ ਕਰਨਗੇ, ਆਪ ਆਪਦੇ ਫੈਸਲੇ ਚੁਣਨਗੇ, ਆਪ ਲੋਕ ਆਪਦੇ ਲੀਡਰ ਚੁਣਨਗੇ। ਆਹ ਸੁਪਨੇ ਸੀ ਉਹਨਾਂ ਦੇ। ਸੋ ਇਹਨਾਂ ਨੂੰ ਸਾਕਾਰ ਕਰਨਾ ਹੈ, ਆਪਾਂ ਨੇ ਸਾਕਾਰ ਕਰਨਾ ਹੈ ਇਹਨੂੰ। ਮੈਨੂੰ ਅਮਨ ਜੀ ਨੇ ਜੋ ਮੰਗਾਂ ਰੱਖੀਆਂ, ਮੈਂ ਉਹੀ ਕਹੂੰਗਾ ਜੋ ਮੈਂ ਕਰ ਸਕਦਾ, ਔਰ ਜਿਹੜੀਆਂ ਕਵਾਂਗੇ ਉਹ ਹੋਣਗੀਆਂ। ITI ਸੁਨਾਮ ਦੇ ਵਿੱਚ ਮੈਂ ਅੱਜ ਨੀਂਹ ਪੱਥਰ ਰੱਖ ਕੇ ਆਇਆ। 1 ਕਰੋੜ 66 ਲੱਖ ਦਾ ਸਟੇਡੀਅਮ ਹੈ, ਜਿਹਦੇ ਵਿੱਚ 200 ਗਜ ਦਾ ਟਰੈਕ ਹੈ, ਹਾਕੀ ਦਾ ਗਰਾਊਂਡ ਹੈ, ਤੇ ਹੋਰ ਖੇਡਾਂ ਦਾ ਜਿਹੜਾ ਉਹ ਪ੍ਰਬੰਧ ਹੈਗਾ ਉੱਥੇ। ਚੀਮੇ ਵਾਲੇ ਬੈਠੇ ਨੇ, ਇਹਨਾਂ ਕੋਲੇ ਸਭ ਤਹਿਸੀਲ ਨਹੀਂ ਹੈਗੀ। ਇੱਥੇ ਜਗ੍ਹਾ ਹੈਗੀ ਇੱਕ, ਇਹਨਾਂ ਨੇ ਕੀ ਕੀਤਾ ਸੀਗਾ ਇਦੋਂ ਪਹਿਲਾਂ ਵਾਲਿਆਂ ਨੇ, ਉਹ ਕਿਹੜਾ ਦੇਖ ਕੇ ਕਰਦੇ ਸੀ ਜੀ, ਉਹ ਤਾਂ ਉਹੀ ਅੱਛਾ ਜੀ ਚਲੋ ਸਾਈਨ ਕਰ। ਉਹ ਏਡੀ ਦੂਰ ਬੱਸ ਸਟੈਂਡ ਬਣਾਤਾ ਚੀਮਿਆਂ ਦਾ, ਨਾ ਤੁਰ ਕੇ ਜਾ ਸਕਦਾ ਉੱਥੋਂ ਅਗਲਾ, ਨਾ ਚੀਮਿਆਂ 'ਚ ਹਜੇ ਰਿਕਸ਼ੇ ਚੱਲੇ ਨੇ। ਮੈਂ ਤਾਂ ਜਦੋਂ ਗਿਆ ਉੱਥੇ ਤੂੜੀ ਵਾਲੀਆਂ ਭੂੰਗ ਵਾਲੀਆਂ ਟਰਾਲੀਆਂ ਖੜੀਆਂ ਹੁੰਦੀਆਂ ਉੱਥੇ, ਬਸ ਕਿਉਂ ਨਰਪੈ ਜੀ। ਹਾਂ, ਉਹਨੂੰ ਬਣਾਵਾਂਗੇ ਸਬ ਤਹਿਸੀਲ, ਸੇਵਾ ਕੇਂਦਰ ਤੇ ਸਾਰੇ ਕਾਗਜ਼ੀ ਪੱਤਰੀ ਸੰਬੰਧ ਵਾਲਾ। ਪਾਰਕਿੰਗ ਉੱਥੇ ਹੈਗੀ ਹੈ, ਆਓ ਕੰਮ ਕਰਾਓ ਜਾਓ। ਬੱਸ ਸਟੈਂਡ ਬਣਾਵਾਂਗੇ, ਉਹਦੇ ਵਾਸਤੇ ਚੀਮਿਆਂ ਵਾਸਤੇ 4 ਕਰੋੜ 46 ਲੱਖ ਰੁਪਈਆ ਅਸੀਂ ਰੱਖਣ ਲੱਗੇ ਹਾਂ ਜੀ। ਤੇ ਬੱਸ ਸਟੈਂਡ ਕਿੱਥੇ ਬਣੂਗਾ? ਜਿੱਥੇ ਬੱਸਾਂ ਤੇ ਜਿੱਥੇ ਸਵਾਰੀਆਂ ਹੈਗੀਆਂ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ, ਬੱਸ ਸਟੈਂਡ ਬਣਾਤਾ 1.5 ਕਿਲੋਮੀਟਰ ਪਹਿਲਾਂ, ਤੇ ਫਿਰ ਉਹ ਜਿਹੜੇ ਫਰੂਟ ਵਾਲੇ, ਰੇਹੜੀਆਂ ਵਾਲੇ, ਉਹ ਫਿਰ ਇੱਧਰ ਆਇਆ ਕਰਨਗੇ। ਉਹਨਾਂ ਦਾ ਸਮਾਨ ਤਾਂ ਉਦੋਂ ਵਿਕਦਾ ਜਦੋਂ ਬੱਸ ਆਉਂਦੀ ਹੈ। ਬੱਸ ਚੋਂ ਕੋਈ ਉਤਰ ਕੇ ਸਕੰਜਵੀ ਪੀਂਦਾ ਹੈ, ਕੋਈ ਸਬਜ਼ੀਆਂ ਖਰੀਦਦਾ, ਕੋਈ ਘਰ ਜਾਂਦੇ ਹੋਏ ਫਲ ਫਰੂਟ ਖਰੀਦਦਾ। ਬੱਸ ਸਟੈਂਡ ਚੀਮਿਆਂ ਦਾ। ਮੰਡੀ ਦੇ ਵਿੱਚ ਇੱਕ ਜਗ੍ਹਾ ਦੇਖੀ ਹੈ, ਉੱਥੇ ਪੂਰਾ ਮਾਡਰਨ ਬੱਸ ਸਟੈਂਡ ਬਣਾਵਾਂਗੇ। ਮੰਡੀ ਨੂੰ ਆਪਾਂ ਪਰਲੇ ਪਾਸੇ ਵਧਾ ਸਕਦੇ ਹਾਂ, ਹੈਗੀ ਹੈ ਜਗ੍ਹਾ। ਸੋ ਮੰਡੀ ਨੂੰ ਵੀ ਕੋਈ ਕਮੀ ਨਹੀਂ ਰਹੂਗੀ, ਤੇ ਤਾਂ ਕਿ ਬੱਸਾਂ ਜਿਹੜੀਆਂ ਨੇ ਉਹ ਸੜਕ ਤੇ ਨਾ ਖੜਨ। ਉੱਥੋਂ ਬੱਸਾਂ ਚੱਲਣ ਦਾ ਵੀ ਟਾਈਮ ਐਨ ਕੰਪਿਊਟਰ ਵਾਲਾ ਹੋਊਗਾ। ਹੁਣ ਉਹ ਪੁਰਾਣਾ ਜ਼ਮਾਨਾ ਗਿਆ ਵੀ ਝਾੜੋ ਨੂੰ ਇੱਥੋਂ ਜਾਊ, ਸ਼ਾਹਪੁਰ ਨੂੰ ਇੱਧਰੋਂ ਜਾਊ, ਐਨ ਲਿਖਿਆ ਪਿਆ ਹੋਊਗਾ ਵੀ 1 ਨੰਬਰ ਤੇ ਝਾੜੋਂ ਵਾਲੀ ਖੜੀ ਹੈ, 2 ਨੰਬਰ ਤੇ ਬੀਰ ਵਾਲੀ ਹੈ, 3 ਨੰਬਰ ਤੇ ਸਤੌਜ ਵਾਲੀ ਹੈ, ਲਿਖਿਆ ਹੋਊਗਾ ਸਾਰਾ। ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਊਗਾ। ਖਾਸ ਤੌਰ ਤੇ ਮਾਵਾਂ ਭੈਣਾਂ ਲਈ ਖਾਸ ਤੌਰ ਤੇ ਜੋ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਬਹੁਤ ਹੀ ਸਾਫ਼ ਸੁਥਰੇ ਬਾਥਰੂਮ ਉੱਥੇ ਬਣਾਏ ਜਾਣਗੇ ਤਾਂ ਕਿ ਕੋਈ ਕਿਸੇ ਕਿਸਮ ਦਾ ਉਹਨਾਂ ਨੂੰ ਦਿੱਕਤ ਨਾ ਆਵੇ। ਲੌਂਗੋਵਾਲ ਦੇ ਸਟੇਡੀਅਮ ਵਾਸਤੇ
हाँ जी 5 करोड़ 7 ਲੱਖ रुपया बस स्टैंड वाले प्रोजैक्ट ते लगूगा। तो कोशिश करांगे किसी होर वधिया नक्शा बना के किसी होर नवे मुंडे तो, कई नवे मुंडे बहुत वधिया वधिया काम करते हैं, आपां ये पैसे थोड़े जे घटा लीए। ठीक है, नहीं उन्होंने तक की करना, उन्होंने की करना होंगे 5 करोड़ ही है 10 करो 5 अपना, वो तो ऐ करते सी। असी कहने नहीं यार देख ला यार घटा ला थोड़ा जा, क्योंकि मैं थोड़े पैसे नूं अपना पैसा समझदा। जदों आपां जाने आ ना, जे रिश्वत का पैसा होवे ना तो दुकानदार जिन्ने पैसे कह दूगा बंदा उन्नी दे दिंदा है, कोई नहीं कहता उन्होंने कुछ नहीं कहता उन्होंने, वो कहना 292 हो गए, कहना चक 292, वो तो रिश्वत दे ने। ते जे आप कमाया होवे दुकानदार नाल अद्धा घंटा बहस करदे, ऐ क्यों करदा यार ठीक ठीक ला ला, मैं यार इन्नी बारी तेरे कोले आउणा यार ऐ क्यों करदा, फिर वो मेगा देख ला मैनूं सस्ता दे ही जांदा है। ये हुंदा फर्क आपदे पैसे दा। मैनूं गल याद आ गई, एक बंदा सी, ਉਹਦਾ एक बेटा सी, वो नलायक सी, पैसे नहीं कमाਉਂਦਾ सी, ਕੰਮ ਕਰ ਕਰਦਾ नहीं सी। ਉਹਦਾ ਬਾਪੂ ਜਿਹੜਾ ਉਹ ਮੰਜੇ ਤੇ ਪੈ ਗਿਆ ਸਿਰ ਬੰਨ ਕੇ, ਕਹਿੰਦਾ ਵੀ ਮੈਂ ਆਪਣੀ ਸਾਰੀ ਜ਼ਮੀਨ ਗੁਰਦੁਆਰੇ ਦੇ ਨਾਂ ਲਵਾਉਂ, ਸਿਰਫ ਤਾਂ ਮੈਂ ਮੰਨੂ ਆ 100 ਰੁਪਇਆ ਕਮਾ ਕੇ ਲਿਆਵੇ। ਰਿਸ਼ਤੇਦਾਰ ਇਕੱਠੇ ਹੋ ਗਏ, ਉਹ ਕਹਿੰਦੇ ਤੇਰਾ ਬਾਪੂ ਸੁਭਾਅ ਦਾ ਕੱਬਾ ਹੈ, ਤੂੰ ਕਮਾ ਲਿਆ 100 ਰੁਪਇਆ ਨਹੀਂ ਤੇਰੀ ਜ਼ਮੀਨ ਜਾਊ। ਉਹ ਗਿਆ किस तो धार फड़ लिया है जी, क्योंकि काम करन दा आदी है नहीं सी। 100 रुपया आया, बापू ने 100 रुपया पाड़ के थल्ले सुटता टुकड़े टुकड़े करके। उन्हें कला कला टुकड़ा थल्लों जिहड़ा वो जो टुकड़े करके सुटता तो वो मुंडा जिहड़ा ऐं खड़ा रहा। हाँ जी बापू जी दसो हुण, कहना 100 होर लिया हुण। अगले दिन धार किन्नी क मिलूगी जी, 50 की धार मिल गई, 50 की कोई बल्लो बुल्लो बेचता, चोरी चोरी कर ली, 100 फेर लै आया, वो भी टुकड़े टुकड़े करके सुटता, फिर खड़ा रहा। कहना दसो जी, कहना 100 होर लिया हुण धार भी बंद हो गई, चोरी भी बंद हो गई। 100 रुपया सच्ची मुच्ची सड़क ते दुरमट नाल रोड़ी कुट के कमा के लिया। 100 रुपया फड़ाया, वो भी पाड़ के सुटता। जदों वो पाड़ के सुटिया ना, वो मुंडे ने कला कला टुकड़ा थल्लों चक्या। कहना बापू क्यों पाड़दा, हत्थां ते छाले हो गए आ 100 रुपया कमाउण वास्ते। बापू कहंदा अज तेरे ने बई, अज तेरे ने, इदू पहला भी पाड़ के सुटदा रहा, तेनू दर्द नहीं हुंदा सी। अज तेरी कमाई जदों भंग दे भाणे जांदी है, दर्द हुंदा है। सो इस करके मैं थोड़ा 1-1 रुपया उवें जिवें बचाऊंगा, जिवें मेरा है वो, ते उहनूं बचा के मैं थोड़े ते लाऊंगा। कदे 75 मुहल्ला क्लीनिक बन के तैयार हो जाएंगे 15 अगस्त नूं। 75 MBBS डॉक्टर, फार्मासिस्ट, नर्स, स्वीपर कम पीएन, ਉਹਦੀ ਰੱਖ रखाव वास्ते सब कुछ। ਤੇ ਤੁਹਾਨੂੰ 90% ਬੰਦੇ ਉੱਥੋਂ ਹੀ ਦਵਾਈ ਲੈ ਕੇ ਘਰੇ ਚਲੇ ਜਾਣਗੇ। ਇੱਧਰ ਉੱਧਰ ਵੱਡੇ ਹਸਪਤਾਲਾਂ 'ਚ ਜਾਣ ਦੀ ਲੋੜ ਨਹੀਂ ਪੈਣੀ। ਟੈਸਟ ਹੋਣਗੇ ਖੂਨ ਦੇ 100 ਕਿਸਮ ਦੇ, ਖੂਨ ਲੈ ਲੈਣਗੇ ਤੁਹਾਡਾ, ਲੈਬੋਰਟਰੀ 'ਚ ਭੇਜਣਗੇ। ਅਗਲੇ ਦਿਨ ਲੈਬੋਰਟਰੀ 'ਚੋਂ ਰਿਪੋਰਟ ਆਊਗੀ, ਨਾਲੇ ਤੁਹਾਡੇ ਫੋਨ ਤੇ ਆ ਜਾਊਗੀ, ਨਾਲੇ ਡਾਕਟਰ ਕੋਲੇ ਆ ਜਾਊਗੀ ਕਿ ਭਾਈ ਆਹ ਦਵਾਈ ਸ਼ੁਰੂ ਕਰਨੀ ਪਊਗੀ, ਤੇਰੇ ਖੂਨ 'ਚ ਆ ਹੈ। ਜੇ ਕੋਈ ਵੱਧ ਇਲਾਜ ਹੈ ਜਿਹੜਾ ਉੱਥੇ ਹੈ ਨਹੀਂ, ਫਿਰ ਉਹ ਕਹਿ ਸਕਦੇ ਨੇ ਵੀ ਸੰਗਰੂਰ ਚਲਾ ਜਾ, ਉੱਥੇ ਭਾਈ ਤੈਨੂੰ ਆ ਲਿਖ ਕੇ ਦੇ ਦੇਣੇ ਪਰਚੀ। 1 ਰੁਪਈਆ ਵੀ ਤੁਹਾਡਾ ਕਿਸੇ ਦਵਾਈ ਤੇ ਜਾਂ ਟੈਸਟ ਤੇ ਲੱਗੂਗਾ ਨਹੀਂ। ਲੌਂਗੋਵਾਲ ਵਿਖੇ ਨਵੇਂ ਸਟੇਡੀਅਮ ਦੀ ਉਸਾਰੀ ਕਰਨੀ ਹੈ, ਬਹੁਤ ਜ਼ਰੂਰੀ ਹੈ। ਸਟੇਡੀਅਮ ਤਾਂ ਅਸੀਂ ਵੈਸੇ ਵੱਡੇ ਪਿੰਡਾਂ 'ਚ ਸਾਰਿਆਂ 'ਚ ਹੀ ਬਣਾਉਣੇ ਨੇ, ਤੇ ਕਿਉਂਕਿ ਯੂਥ ਨੂੰ ਸਪੋਰਟਸ ਵੱਲ ਲਾਉਣਾ ਹੈ। ਸਪੋਰਟਸ ਮਿਨਿਸਟਰ ਬੈਠੇ ਨੇ, ਤੇ ਅਸੀਂ ਦੁਬਾਰੇ ਖੋ-ਖੋ, ਦੁਬਾਰਾ ਕਬੱਡੀ, ਨੈਸ਼ਨਲ ਸਟਾਈਲ ਸਕੂਲਾਂ ਦੀ ਕਬੱਡੀ, ਸਕੂਲਾਂ ਦੀਆਂ ਖੇਡਾਂ, ਡੀਪੀ ਤੇ ਪੀਟੀ ਮਾਸਟਰ ਵੀ ਭਰਤੀ ਕਰਾਂਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਜਿੱਥੇ ਵੀ ਹੈਗੇ ਨੇ ਉਹ ਅਕਸਰ ਜਿਹੜੇ ਨੇ ਉਹ ਧਰਨੇ ਦੇਣ ਲੱਗ ਜਾਂਦੇ ਨੇ, ਟੈਂਕੀ ਤੇ ਚੜ ਜਾਂਦੇ ਨੇ। ਹੱਕ ਹੈ ਉਹਨਾਂ ਦਾ ਧਰਨਾ ਦੇਣਾ, ਪਰ ਉਹਨਾਂ ਦਾ ਕਸੂਰ ਨਹੀਂ ਹੈਗਾ। ਅਸਲ 'ਚ ਸਿਆਣੇ ਕਹਿੰਦੇ ਆ, ਦੁੱਧ ਦਾ ਫੁਕਿਆ ਲੱਸੀ ਨੂੰ ਵੀ ਫੂਕਾ ਮਾਰਦਾ ਹੈ। ਉਹਨਾਂ ਨੂੰ ਆਏ ਹੈ ਕਿਤੇ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ
ਭਗਵੰਤ ਮਾਨ ਦੀ ਸਰਕਾਰ ਕਿਤੇ ਭੁੱਲ ਨਾ ਜਾਵੇ ਸਾਡੀਆਂ ਮੰਗਾਂ। ਮੇਰੀਆਂ ਉਂਗਲਾਂ ਤੇ ਪਈਆਂ ਨੇ, ਪੀਟੀਡੀਪੀ ਮਾਸਟਰ ਅਸੀਂ ਰੱਖਣੇ ਨੇ, ਸਕੂਲਾਂ ਦੇ ਵਿੱਚ ਖੇਡਾਂ ਦੁਬਾਰੇ ਸ਼ੁਰੂ ਕਰ ਦੇਣੀਆਂ, ਜਿਮਨਾਸਟਿਕ, ਖੋ ਖੋ, ਦੌੜਾਂ, ਹਰ ਇੱਕ ਚੀਜ਼ ਸ਼ੁਰੂ ਕਰਾਂਗੇ। ਮੈਂ ਖੁਦ ਚੀਮਾ ਸਕੂਲ ਮੈਂ ਪੜ੍ਹਦਾ ਸੀਗਾ ਤਾਂ ਆਪਣਾ ਜਿਹੜਾ ਉੱਪਰ ਸਕੂਲ ਹੈ ਹਸਪਤਾਲ ਦੇ ਪਰ ਗਾਹਾਂ ਜਿਹੜਾ ਖੇਪੜ ਵਾਲੀ ਰੋਡ ਤੇ, ਉਹ ਹਾਈ ਸਕੂਲ, ਉੱਥੇ ਖੇਡਾਂ ਹੁੰਦੀਆਂ ਸੀ। ਅਸੀਂ ਆਪਦੀ ਟੀਮ ਦਾ ਹੌਸਲਾ ਵਧਾਉਣ ਲਈ ਆਉਂਦੇ ਹੁੰਦੇ ਸੀ। ਉਹ ਸਾਰਾ ਕਲਚਰ ਹੀ ਖਤਮ ਕਰਤਾ। ਸੋ ਸਟੇਡੀਅਮ ਬਣਾਵਾਂਗੇ ਤਾਂ ਕਿ ਯੂਥ ਦਾ ਧਿਆਨ ਜਿਹੜਾ ਖੇਡਾਂ ਵੱਲ ਲੱਗੇ, ਡਰੱਗਸ ਵੱਲੋਂ ਇੱਧਰ ਉੱਧਰ ਬੁਰੀ ਸੰਗਤ ਤੋਂ ਹੋਵੇ। ਔਰ ਸਟੇਡੀਅਮ ਦੀ ਕੀਮਤ 3 ਕਰੋੜ 58 ਲੱਖ ਲੌਂਗੋਵਾਲ ਵਾਲਾ, ਤੇ ਲੌਂਗੋਵਾਲ 'ਚ ਵੀ ਨਵਾਂ ਬੱਸ ਸਟੈਂਡ ਬਣਾਉਣਾ ਹੈ ਕਿਉਂਕਿ ਉਹੀ ਹਾਲ ਹੈ ਚੀਮਿਆਂ ਵਾਲਾ, ਸੜਕ ਤੇ ਹੀ ਖੜਦੀਆਂ ਮੋੜ ਜੇ ਤੇ ਉੱਥੇ ਵੀ ਜਗ੍ਹਾ ਹੈਗੀ ਹੈ ਮੰਡੀ ਦੀ ਨਾਲ ਲੱਗਵੀਂ, ਕਿਉਂਕਿ ਬੱਸ ਸਟੈਂਡ ਤੇ ਮਾਰਕੀਟ ਦੋਨੇ ਇਕੱਠੀਆਂ ਚਾਹੀਦੀਆਂ ਨੇ। ਗੁਜ਼ਾਰਾ ਇੱਕ ਦੂਜੇ ਤੋਂ ਹੁੰਦਾ ਉਹਨਾਂ ਦਾ ਸਾਰਿਆਂ ਦਾ। ਅਸੀਂ ਨਹੀਂ ਚਾਹੁੰਦੇ ਕਿਸੇ ਦੁਕਾਨਦਾਰ ਦੀ ਕੋਈ ਰੇਹੜੀ ਜਿਹੜੀ ਹੈ ਉਹਨੂੰ ਪਰਾਂ ਕਰਾ ਕੇ ਬੱਸ ਸਟੈਂਡ ਬਣਾ ਦਈਏ ਜਾਂ ਕਿਸੇ ਦੀ ਦੁਕਾਨ ਢਾ ਦਈਏ। ਨਾ, ਅਸੀਂ ਬੱਸ ਸਟੈਂਡ ਬਣਾਵਾਂਗੇ ਤੇ ਉਹਨੂੰ ਕਹਾਂਗੇ ਭਾਈ ਆਪਣੀ ਦੁਕਾਨ ਚਲਾ, ਠੀਕ ਹੈ ਨਾ, ਆਪਦਾ ਗੁਜ਼ਾਰਾ ਕਰੋ। ਅਸੀਂ ਕਿਉਂ ਕਿਸੇ ਦਾ ਕੋਈ ਮਤਲਬ ਘਰ ਤੋੜੀਏ ਜਾਂ ਕੋਈ ਦੁਕਾਨ ਜਾਂ ਕੋਈ ਉਹਦੀ ਜਿਹੜੀ ਰੇਹੜੀ ਹੈ ਉਹਨੂੰ ਕੋਈ ਨੁਕਸਾਨ ਪਹੁੰਚਾਈਏ। ਤੇ ਇਹਦੇ ਵਾਸਤੇ 2 ਕਰੋੜ 54 ਲੱਖ ਦੀ ਕੀਮਤ ਹੈ। ਤੇ ਤੁਹਾਡੇ ਜਿਹੜਾ ਸੀਵਰੇਜ ਦਾ ਕੰਮ ਹੈ, ਹਾਲਾਂਕਿ ਮਹਿਕਮਾ ਅਮਨ ਕੋਲ ਹੀ ਹੈ, ਮੰਗ ਮੈਥੋਂ ਰੱਖੀ ਹੈ। ਮਹਿਕਮਾ ਲਾਣੇਦਾਰ ਤੋਂ ਹੀ ਮੰਗਣਾ ਹੁੰਦਾ ਕਹਿੰਦੇ। ਸੋ ਮਹਿਕਮਾ ਇਹਨਾਂ ਕੋਲ ਹੀ ਹੈ, ਪ੍ਰੋਜੈਕਟ ਬਣਾ ਕੇ ਦੇ ਦਿਓ। ਮੈਨੂੰ ਲੱਗਦਾ 5.5 ਕਰੋੜ ਦਾ, 5.25 ਕਰੋੜ ਦਾ ਇਹ ਪ੍ਰੋਜੈਕਟ ਹੈ। ਤੇ ਇਹ ਸੀਵਰੇਜ ਵਾਲਾ ਜਿਹੜਾ ਹਰੇਕ ਸ਼ਹਿਰ 'ਚ ਹੀ ਹੈ ਵੈਸੇ ਤਾਂ, ਪਰ ਆਪਾਂ ਸ਼ੁਰੂਆਤ ਅੱਜ ਸ਼ਹੀਦ ਊਧਮ ਸਿੰਘ ਜੀ ਦੇ ਬਰਸੀ ਤੇ ਆਪਾਂ ਸੁਨਾਮ ਤੋਂ ਸ਼ੁਰੂ ਕਰ ਲਾਂਗੇ ਕਿ ਤੇ ਆਉਣ ਵਾਲੇ ਦਿਨਾਂ ਦੇ ਵਿੱਚ 5 ਤਰੀਕ ਨੂੰ ਮੈਂ ਧੂਰੀ ਆਉਣਾ। ਉਸ ਦਿਨ ਕਾਫੀ ਪ੍ਰੋਗਰਾਮ ਨੇ ਧੂਰੀ ਦੇ। ਉਹਦੇ 'ਚ ਇੱਕ ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਸੰਤ ਅਤਰ ਸਿੰਘ ਜੀ ਕਾਲਜ ਆਫ ਮੈਡੀਕਲ ਸਾਇੰਸਿਸ 25 ਏਕੜ ਸਾਨੂੰ ਅੰਗੀਠਾ ਸਾਹਿਬ ਟਰਸਟ ਨੇ ਦਿੱਤੀ ਹੈ। ਉਸ ਦਿਨ ਉਹਦਾ ਮੈਡੀਕਲ ਕਾਲਜ ਦਾ ਆਪਾਂ ਨੀਂਹ ਪੱਥਰ ਰੱਖ ਦੇਣਾ ਹੈ। ਔਰ ਉਹਨਾਂ ਸੰਤਾਂ ਦੇ ਨਾਂ ਤੇ ਰੱਖਿਆ ਜਿਨ੍ਹਾਂ ਨੇ ਉਸ ਵੇਲੇ PhD ਕੀਤੀ ਸੀ, ਜਿਨ੍ਹਾਂ ਨੂੰ ਵਿਦਿਆ ਦਾ, ਐਜੂਕੇਸ਼ਨ ਦਾ ਸੰਤ ਕਿਹਾ ਜਾਂਦਾ ਹੈ। ਕਾਸ਼ੀ ਵਿੱਚ ਹਿੰਦੂ ਯੂਨੀਵਰਸਿਟੀ ਕਾਸ਼ੀ ਦਾ ਉਦਘਾਟਨ ਕੀਤਾ ਉਹਨਾਂ ਨੇ। ਉਹਨਾਂ ਦੇ ਨਾਂ ਤੇ ਮੈਡੀਕਲ ਕਾਲਜ, ਇੰਡੀਆ ਦਾ ਸਭ ਤੋਂ ਡਿਜੀਟਲ ਤੇ ਸਭ ਤੋਂ ਵਧੀਆ ਫੈਸਿਲਿਟੀਆਂ ਵਾਲਾ ਕਾਲਜ ਇੱਥੇ ਤੁਹਾਡੇ ਗੁਆਂਢ 'ਚ ਆ ਰਿਹਾ ਹੈ। 75 MBBS ਸੀਟਾਂ ਦੇ ਬੈਚ ਨਾਲ 1 ਅਪ੍ਰੈਲ 2023 ਤੋਂ ਉਹ ਕਾਲਜ ਸ਼ੁਰੂ ਹੋ ਜਾਊਗਾ ਜੀ। ਆਪਾਂ ਇਹ ਨਹੀਂ ਕਹਿੰਦੇ ਕਿ ਨੀਂਹ ਪੱਥਰ ਰੱਖ ਕੇ ਮੁੜ ਕੇ ਤੁਰ ਗਏ। ਪੰਜਾਬ ਦੇ 95% ਨੀਂਹ ਪੱਥਰ ਅਵਾਰਾ ਪਸ਼ੂਆਂ ਦੇ ਤੇ ਝੋਟਿਆਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਆ। ਐਂ ਗੱਡ ਜਾਂਦੇ ਆ ਬਸ, ਮੁੜ ਕੇ ਕਿਹੜਾ ਆਉਣਾ ਹੈ। ਠੀਕ ਹੈ ਨਾ। ਜੇ ਆਪਾਂ ਨੀਂਹ ਪੱਥਰਾਂ ਦੀਆਂ ਇੱਟਾਂ ਵੀ ਇਕੱਠੀਆਂ ਕਰ ਲਈਏ 4-5 ਕਾਲਜ ਤਾਂ ਉਹਨਾਂ ਇੱਟਾਂ ਨਾਲ ਬਣ ਜਾਣਗੇ। ਠੀਕ ਹੈ ਨਾ। ਸੋ ਬਣਾਵਾਂਗੇ, ਨੀਅਤ ਸਾਫ਼ ਹੈ। ਸਭ ਤੋਂ ਵੱਡੀ ਗੱਲ ਹੈ ਨੀਅਤ ਸਾਫ਼ ਹੈ, ਤੁਹਾਡਾ ਸਾਥ ਹੈ, ਫਿਰ ਥਕਾਵਟਾਂ ਨਹੀਂ ਹੁੰਦੀਆਂ। ਸਵੇਰੇ 7:30 ਵਜੇ ਤੋਂ ਕੰਮ ਕਰਨ ਲੱਗ ਜਾਣਾ, ਰਾਤ ਦੇ 10 ਵੱਜ ਜਾਂਦੇ ਨੇ ਮੀਟਿੰਗਾਂ ਕਰਦਿਆਂ ਨੂੰ। ਪਰ ਪ੍ਰਮਾਤਮਾ ਅੱਗੇ ਇਹੀ ਦੁਆ ਕਰਦਾ, ਹਰ ਵਾਰ ਇਹੀ ਦੁਆ ਕਰਦਾ, ਪ੍ਰਮਾਤਮਾ ਜਿਹੜੇ ਮੇਰੇ ਤੇ ਜ਼ਿੰਮੇਵਾਰੀ ਲੋਕਾਂ ਤੋਂ ਤੂੰ ਪਵਾਈ ਹੈ ਉਹਨੂੰ ਨਿਭਾਉਣ ਦਾ ਬਲ ਬਖਸ਼ੀ। ਕੋਈ ਗਲਤ ਫੈਸਲਾ ਨਾ ਕਰਾ ਲਈ, ਲੋਕ ਪੱਕੀ ਫੈਸਲੇ ਕਰੀਏ। ਦੇਖੋ ਜਾਣਾ ਸਭ ਨੇ ਦੁਨੀਆ ਤੋਂ, ਮਾੜੇ ਕੰਮ ਕਰਕੇ ਵੀ ਲੋਕ ਚਲੇ ਜਾਂਦੇ ਆ, ਬਿਨਾਂ ਕੰਮ ਕਰੇ ਵੀ ਲੋਕ ਚਲੇ ਜਾਂਦੇ ਆ, ਪਰ ਚੰਗੇ ਕੰਮ ਕੀਤਿਆਂ ਨੂੰ ਲੋਕ ਯਾਦ ਰੱਖ ਲੈਂਦੇ ਆ। ਅੱਜ ਅਬਦੁਲ ਕਲਾਮ ਜੀ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਕਿ
2 ਪੈਂਟ ਕਮੀਜ਼ ਲੈ ਕੇ ਆਏ ਸੀ ਰਾਸ਼ਟਰਪਤੀ ਭਵਨ 'ਚ ਤੇ 2 ਹੀ ਪੈਂਟ ਕਮੀਜ਼ ਲੈ ਕੇ ਚਲੇ ਗਏ। ਅੱਜ ਲਾਲ ਬਹਾਦਰ ਸ਼ਾਸਤਰੀ ਜੀ ਦੇ ਅਸਤੀਫੇ ਦੀਆਂ ਗੱਲਾਂ ਚੱਲਦੀਆਂ ਨੇ ਕਿ ਕਿਵੇਂ ਇੱਕ ਛੋਟੇ ਜਿਹੇ ਰੇਲ ਹਾਦਸੇ ਤੋਂ ਬਾਅਦ ਉਹਨੇ ਅਸਤੀਫਾ ਦਿੱਤਾ ਸੀ। ਅੱਜ ਸਰਦਾਰ ਪਟੇਲ ਦੇ ਬੈਂਕ ਦੇ ਵਿੱਚ 250 ਰੁਪਏ ਦੀਆਂ ਗੱਲਾਂ ਚੱਲਦੀਆਂ ਨੇ, ਜਿਹਨੇ ਵੱਡੇ ਵੱਡੇ ਮਹਾਰਾਜਿਆਂ ਨੂੰ ਭਾਰਤ ਦੇ ਵਿੱਚ ਮਿਲਿਆ। ਉਹ ਪਤਾ ਹੀ ਨਹੀਂ ਕਿੰਨੇ ਹੀਰੇ ਮੋਤੀ ਲੈ ਸਕਦੇ ਸੀ, ਪਰ ਗੱਲਾਂ ਉਹਨਾਂ ਦੀਆਂ ਚੱਲਦੀਆਂ ਨੇ ਜਿਨ੍ਹਾਂ ਨੇ ਕੁਝ ਕੀਤਾ ਹੈ। ਇਮਾਨਦਾਰੀ ਬਹੁਤ ਜਿਹੜੀ ਹੈ ਉਹ ਬਹੁਤ ਵੱਡੀ ਚੀਜ਼ ਹੈ ਜੀ। ਜਿਹੜਾ ਚਿੱਕੜ ਦੇ ਵਿੱਚ ਵੀ ਦਾਮਨ ਸਾਫ਼ ਰੱਖ ਗਿਆ, ਮੇਰੇ ਖਿਆਲ 'ਚ ਉਹ ਤੋਂ ਵਧੀਆ, ਉਹ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੋ ਸਕਦਾ। ਸੋ ਅਸੀਂ ਤਾਂ ਇਹੀ ਕੋਸ਼ਿਸ਼ ਸਾਡੀ ਕਿ ਅਸੀਂ ਤੁਹਾਨੂੰ ਪੁੱਛ ਕੇ ਕੰਮ ਕਰੀਏ। ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ, ਨਵੇਂ ਆ, ਗਲਤੀਆਂ ਵੀ ਹੋ ਜਾਂਦੀਆਂ, ਪਰ ਉਹ ਸਿਆਣਿਆਂ ਨੇ ਕਿਹਾ ਕਿ ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਗਲਤੀਆਂ ਕੰਮ ਦੌਰਾਨ ਹੁੰਦੀਆਂ, ਘਰੇ ਬੈਠੇ ਤਾਂ ਥੋੜੀ ਹੁੰਦੀਆਂ। ਸੋ ਜਿਹੜਾ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ। ਤੇ ਵਕਤ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।